ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਬਨ ਕਰਮ ਨਾਮ ਬਰਨਤ ਸੁਮਤ ਸਤਿਗੁਰ ਦਰਸ਼ਨ ਧਨ ਹੈ ਧਨ ਧਨ ਗੁਰ ਸਿੱਖ ਪਰਸਣ ਆਇਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਤੂੰ ਚਾਉ ਸੱਜਣ ਮੈਡਿਆ ਦੇਈ ਸਿਸ ਉਤਾਰ ਨੈਣ ਮਹੰਜੇ ਤਰਸ ਦੇ ਕਦ ਪਸੀ ਦੀਦਾਰ ਮੁਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਤੁਮੀ ਤੁਮਾ ਵਿਸ ਅਕ ਧਤੂਰਾ ਨਿੰਮ ਫਲ। ਮਨ ਮੁਖ ਵਸ ਹੈ ਤਿਸ
ਜਿਸ ਤੂੰ ਚਿਤ ਨ ਆਵਹੀ, ਨਾਨਕ ਕਹੀਐ ਕਿਸ ਹੰਢਨ ਕਰਮਾ ਬਾਹਰੇ। ਤੁਮੀ ਤੁਮਾ ਵਿਸ ਅਕ ਧਤੂਰਾ ਨਿਮ ਫਲ, ਮਨ ਮੁਖ ਵਸ ਹੈ ਤਿਸ ਜਿਸ ਤੂੰ ਚਿਤ ਨ ਆਵਹੀ। ਨਾਨਕ ਕਹੀਐ ਕਿਸ ਹੰਢਨ ਕਰਮਾ ਬਾਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਇਆਲ ਸਤਿਗੁਰੂ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਇਹ ਸਤਸੰਗਤ ਦੀਆਂ ਪਵਿੱਤਰ ਸੁਭਾਗ ਘੜੀਆਂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰਕੇ ਸ਼ਰਧਾ ਪਿਆਰ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਐਸਾ ਸਤਿਗੁਰਾਂ ਜੀ ਦਾ ਪਵਿੱਤਰ ਉਪਦੇਸ਼ ਜਿਹਦੇ ਸੁਣਨੇ ਕਰਕੇ ਜਨਮਾਂ ਜਨਮਾਂਤਰਾਂ ਦੀ ਮਨ ਤੇ ਲੱਗੀ ਹੋਈ ਮੈਲ ਉਤਰਦੀ ਹੈ। ਦੁੱਖਾਂ ਨੂੰ ਛੱਡ ਕੇ ਜੀਵ ਸੁੱਖ ਦਾ ਆਭਾਸ ਕਰਦੇ ਹੈ। ਜੀਵਨ ਦੇ ਪਾਉਣ ਦਾ ਪ੍ਰਯੋਜਨ ਪਤਾ ਲੱਗਦਾ ਏ। ਜਿੰਨਾ ਮਨ ਜੰਜਾਲਾਂ ਵਿੱਚ ਫਸਿਆ ਏ, ਬਿਨਾਂ ਸ਼ਬਦ ਦੀ ਕਮਾਈ ਤੋਂ ਸਤਿਗੁਰਾਂ ਜੀ ਦੇ ਉਪਦੇਸ਼ ਦੀ ਕਥਾ ਸੁਣੇ ਤੋਂ ਬਿਨਾਂ ਇਹ ਜੰਜਾਲਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਸਤਿਗੁਰੂ ਜੀ ਜਿਨ੍ਹਾਂ ਜੀਆਂ ਤੇ ਤਰਸ ਕਰਦੇ ਹੈ, ਉਹਨਾਂ ਨੂੰ ਆਪਣੇ ਸ਼ਬਦ ਦੀ ਮਹਾਰਾਜ ਪ੍ਰੀਤ ਲਾ ਦਿੰਦੇ ਹੈ। ਸਤਿਗੁਰਾਂ ਜੀ ਦਾ ਪਿਛੇ ਉਪਦੇਸ਼ ਆਇਆ ਸੀ। ਮਹਾਰਾਜ ਨੇ ਕਿਹਾ ਸੀ ਸਿੱਧਾਂ ਨੂੰ ਕਿ ਕਿੰਨੀਆਂ ਸ਼ਕਤੀਆਂ ਹੋ ਜਾਣੀਆਂ ਦੁਰਲੱਭ ਨਹੀਂ ਹਨ। ਵਾਹਿਗੁਰੂ ਦੇ ਨਾਮ ਦੀ ਪ੍ਰੀਤ ਪ੍ਰਾਪਤ ਹੋਣੀ ਬੜੀ ਦੁਰਲੱਭ ਹੈ। ਇਹ ਸਭ ਤੋਂ ਵੱਡੀ ਕਰਾਮਾਤ ਹੈ, ਸ਼ਕਤੀ ਹੈ। ਜਿਹਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਜਿਹਦੇ ਉੱਤੇ ਮੇਰਾ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਉਹਨੂੰ ਇਹ ਦਾਤ ਦੇ ਕਰਕੇ ਵਾਹਿਗੁਰੂ ਜੀ ਨਿਹਾਲ ਕਰਦੇ ਹੈ। ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਉਪਦੇਸ਼ ਮਾਝ ਰਾਗ ਦੀ ਵਾਰ ਦੇ ਅੰਦਰ ਸਾਧ ਸੰਗਤ ਜੀ ਚੱਲ ਰਿਹਾ ਹੈ। ਹਜ਼ੂਰ ਅੱਜ ਦੇ ਉਪਦੇਸ਼ ਵਿੱਚ ਜਿਵੇਂ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਪਿਆਰ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਤੁਮੀ ਤੁਮਾ ਵਿਸ। ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਮਨਮੁਖ ਮਹਾਰਾਜ ਕੈਸਾ ਹੁੰਦਾ ਹੈ, ਆਪ ਕਿਰਪਾ ਕਰਕੇ ਦੱਸੋ। ਤੇ ਜਿਵੇਂ ਸਤਿਗੁਰਾਂ ਜੀ ਦੀ ਬਾਣੀ ਦੇ ਅੰਦਰ ਮਨਮੁਖ ਦੇ ਲੱਛਣ ਦੱਸੇ ਹੈ, ਕਬੀਰ ਸਾਹਿਬ ਜੀ ਨੇ ਵੀ ਕਿਹਾ ਹੈ, ਕਬੀਰ ਮਨਮੁਖ ਐਸਾ ਹੈ ਜੈਸੇ ਲਸਣ ਕੀ ਖਾਨ, ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਿਦਾਨ। ਇਹ ਮਨਮੁਖ ਦੀ ਖੋਟੀ ਕੁਸੰਗਤ ਬਾਰੇ ਦੱਸਿਆ ਹੈ ਕਿ ਜੇ ਮਨਮੁਖ ਦੀ ਕੁਸੰਗਤ ਕੋਈ ਕਰਦਾ ਹੈ ਤੇ ਉਹ ਲਸਣ ਦੇ ਖਾਣ ਵਾਂਗੂ ਹੈ। ਲਸਣ ਦੀ ਖਾਧੇ ਹੋਏ ਦੀ ਬਦਬੂ ਜਿਹੜੀ ਹੈ ਉਹ ਜਾਂਦੀ ਨਹੀਂ ਹੈ, 4 ਪਹਿਰ ਤੱਕ ਉਹਦੀ ਬਦਬੂ ਬਣੀ ਰਹਿੰਦੀ ਹੈ। ਜਿਹਨੇ ਮਨਮੁਖ ਦੀ ਕੁਸੰਗਤ ਕੀਤੀ ਹੈ, ਕਬੀਰ ਸਾਹਿਬ ਜੀ ਕਹਿੰਦੇ ਉਹਦੇ ਵਿੱਚੋਂ ਵੀ ਨਾਸਤਕ ਪੁਣੇ ਦੀ ਬਦਬੂ ਆਉਣ ਲੱਗ ਪੈਂਦੀ ਹੈ। ਕੋਈ ਲੁਕ ਕੇ ਲਸਣ ਖਾਵੇ ਪਰ ਪ੍ਰਗਟ ਹੋ ਜਾਂਦਾ ਹੈ ਬਦਬੂ ਕਰਕੇ ਸਭ ਦੇ ਅੰਦਰ। ਜਿਹੜਾ ਮਨਮੁਖ ਦੀ ਖੋਟੀ ਕੁਸੰਗਤ ਕਰਦਾ ਹੈ ਉਹ ਭਾਵੇਂ ਤਾਂ ਲੁਕ ਕੇ ਕੁਕਰਮ ਕਰਦਾ ਏ, ਪਰ ਉਹ ਲੁਕੇ ਨਹੀਂ ਰਹਿੰਦੇ, ਸਭ ਦੇ ਅੰਦਰ ਉਹਦੀਆਂ ਆਦਤਾਂ, ਉਹਦਾ ਸੁਭਾਅ, ਉਹਦੇ ਲੱਛਣ ਪ੍ਰਗਟ ਹੋ ਜਾਂਦੇ ਆ। ਕਬੀਰ ਜੀ ਕਹਿੰਦੇ ਜਿਵੇਂ ਖਾਧੇ ਹੋਏ ਲਸਣ ਨੂੰ ਛੁਪਾ ਨਹੀਂ ਸਕਦਾ ਉਹਦੀ ਬਦਬੂ ਨੂੰ, ਇਵੇਂ ਮਨਮੁਖ ਜਿਹੜਾ ਹੈ ਉਹ ਆਪਣੇ ਸੁਭਾਅ ਨੂੰ ਫਿਰ ਆਪਣੀਆਂ ਆਦਤਾਂ ਦਾ ਵਕਾਰਾਂ ਦੇ ਅਧੀਨ ਬੱਝਾ ਹੋਇਆ ਛੁਪਾ ਨਹੀਂ ਪਾਉਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਕਬੀਰ ਸਾਹਿਬ ਜੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜਿਹੜਾ ਮਨਮੁਖ ਵੈ, ਸਾਕਤ ਵੈ, ਉਹ ਜਿਵੇਂ ਕਾਲਾ ਬਰਤਨ ਹੁੰਦਾ ਅੱਗ ਤੇ ਚੜ੍ਹਿਆ ਹੋਇਆ, ਕਾਲਖ ਲੱਗੀ ਹੁੰਦੀ ਹੈ, ਉਹਦੇ ਵਰਗਾ ਹੈ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਕਹਿੰਦੇ ਮਨਮੁਖ ਤਾਂ ਜਿਹੜਾ ਸਾਕਤ ਵੈ, ਜਿਵੇਂ ਬਰਤਨ ਹੁੰਦਾ ਹੈ ਕਾਲਾ, ਤੇ ਉਹਨੂੰ ਜੇ ਪਰਸ ਲਈਏ ਤੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਫਿਰ ਦਾਗ ਤਾਂ ਲੱਗੂਗਾ ਹੀ ਨਾ, ਥੋੜਾ ਵੀ ਤਾਂ ਪਰਸਣੇ ਕਰਕੇ। ਇਸ ਕਰਕੇ ਮਨੁੱਖ ਦੀ ਕੁਸੰਗਤ ਨਹੀਂ ਕਰਨੀ ਚਾਹੀਦੀ, ਮਨੁੱਖ ਦੀ ਕੁਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ। ਦੂਰੋਂ ਹੀ ਕਬੀਰ ਸਾਹਿਬ ਜੀ ਕਹਿੰਦੇ ਭਾਜੀ ਜਾਣਾ ਚਾਹੀਦਾ ਹੈ। ਕਿਉਂਕਿ ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਬੀਰ ਸਾਹਿਬ ਜੀ ਤੁਹਾਨੂੰ ਕਿਸੇ ਤੋਂ ਡਰ ਲੱਗਦਾ ਹੈ? ਕਹਿੰਦੇ ਹਾਂ ਭਾਈ ਸਾਨੂੰ ਡਰ ਉਹਨਾਂ ਤੋਂ ਲੱਗਦਾ ਹੈ ਜਿਹੜੇ ਵਾਹਿਗੁਰੂ ਨੇ ਆਪਣੀ ਭਗਤੀ ਤੋਂ ਵਾਂਝਿਆਂ ਕਰ ਛੱਡੇ ਆ। ਕਹਿੰਦੇ ਆ ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ। ਉਹਨਾਂ ਤੋਂ ਡਰੇ ਹੀ ਚੰਗੇ ਆ, ਕਿਉਂਕਿ ਉਹ ਨਾਸਤਕਪੁਣੇ ਦਾ ਕੋਈ ਬੋਲ ਬੋਲ ਕੇ ਚਿੱਤ ਦਿਖਾਉਣਗੇ। ਇਸ ਕਰਕੇ ਕਬੀਰ ਸਾਹਿਬ ਜੀ ਨੇ ਉਹਨਾਂ ਦੀ ਬਾਬਤ ਕਹਿ ਹੀ ਦਿੱਤਾ ਕਿ ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕਹੀ ਕੀਏ ਭਗਤ ਤੇ ਬਾਹਜ। ਜੋ ਭਗਤੀ ਤੋਂ ਹੀ ਵਾਂਝਿਆਂ ਕਰ ਛੱਡੇ ਆ ਉਹਨਾਂ ਨੂੰ ਕੀ ਕਹੀਏ, ਕੀ ਉਪਦੇਸ਼ ਦਈਏ। ਉਹਨਾਂ ਤੋਂ ਡਰ ਕੇ ਹੀ ਸਦਾ ਰਹਿਣਾ ਚਾਹੀਦਾ ਹੈ। ਇਹ ਮਨਮੁਖ ਦੇ ਲੱਛਣ ਪਹਿਚਾਨ ਕਰਕੇ ਉਹਦੀ ਕੁਸੰਗਤ ਤੋਂ ਬਚਣਾ ਚਾਹੀਦਾ ਹੈ। ਸਿੱਖਾਂ ਨੇ ਇਸ ਕਰਕੇ ਮਹਾਰਾਜ ਨੂੰ ਪੁੱਛਿਆ ਹੈ ਕਿ ਮਹਾਰਾਜ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਅੰਦਰ ਕਿੰਨੀਆਂ ਕੁ ਜ਼ਹਿਰਾਂ ਵੱਧ ਜਾਂਦੀਆਂ ਨੇ, ਕਿੰਨੀ ਕੁ ਜ਼ਹਿਰ ਹੁੰਦੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸਾਧ ਸੰਗਤ ਜੀ ਹੁਣ ਮਨਮੁਖ ਦੀ ਇੱਥੇ ਮਹਾਰਾਜ ਜੀ ਦੱਸਦੇ ਆ ਕਿ ਭਾਈ ਕਿਹੋ ਜੀ ਜ਼ਹਿਰ ਹੁੰਦੀ ਹੈ ਜਿਹੜੇ ਨਾਮ ਨਹੀਂ ਜਪਦੇ ਤੇ ਮਨਮੁਖ ਬਣ ਜਾਂਦੇ ਆ। ਉਹਨਾਂ ਦਾ ਹਜ਼ੂਰ ਇਹ ਲੱਛਣ ਪ੍ਰਗਟ ਕਰ ਰਹੇ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਤੁਮੀ ਤੁਮਾ ਵਿਸ। ਸਾਧ ਸੰਗਤ ਜੀ ਤੁਮੀ ਬਹੁਤ ਕੌੜੀ ਹੁੰਦੀ ਹੈ, ਫਿਰ ਤੁਮਾ ਵੀ ਅਤ ਕੌੜਾ ਹੈ।
ਜਿਹੜਾ ਵਿਸ ਜ਼ਹਿਰ ਸੰਖੀਆ ਵਾ ਉਹ ਕਿਹੜਾ ਮੂੰਹ ਤੇ ਰੱਖਦੇ ਆਂ ਕਹਿੰਦੇ ਛਾਲੇ ਪਾ ਦਿੰਦਾ ਤੇ ਨਾਲ ਹੀ ਮ੍ਰਿਤੂ ਹੋ ਜਾਂਦਾ ਹੈ। ਜਿਹੜਾ ਸੰਖੀਆ ਖਾ ਲੇ ਜ਼ਹਿਰ ਇਹ ਕੌੜੇ ਹਨ ਮਹਾਰਾਜ ਕਹਿੰਦੇ ਭਾਈ ਸਾਰੇ। ਅਕ ਧਤੂਰਾ ਨਿੰਮ ਫਲ। ਫਿਰ ਅੱਕ ਵਾ ਕਿੰਨਾ ਕੌੜਾ ਹੈ, ਧਤੂਰਾ ਕਿੰਨਾ ਕੌੜਾ ਹੈ, ਤੇ ਨਿੰਮ ਦਾ ਫਲ ਜਿਹੜਾ ਮਾਮੂਲੀਆਂ ਹੁੰਦੀਆਂ ਨਿੰਮ ਦੀਆਂ ਉਹ ਕਿੰਨੀਆਂ ਕੌੜੀਆਂ ਹੁੰਦੀਆਂ। ਚਿੱਠੀਆਂ ਨਹੀਂ ਜਾਂਦੀਆਂ ਕਿਤੇ ਕੋਈ ਜਿਹੜੇ ਸ਼ੂਗਰ ਵਾਲਿਆਂ ਨੂੰ ਦੱਸ ਦਿੰਦੇ ਆ ਕਿ ਤੂੰ ਖਾਈ 2-4 ਤੇ ਬੜੇ ਔਖੇ ਹੋ ਖਾਂਦੇ ਆ, ਉਹ ਵੀ ਮੂੰਹ ਚੜਾਉਂਦੇ ਆ। ਬਹੁਤ ਕੌੜੀਆਂ ਹੁੰਦੀਆਂ ਨਿੰਮ ਦੀਆਂ ਮਾਮੂਲੀਆਂ। ਮਹਾਰਾਜ ਕਹਿੰਦੇ ਭਾਈ ਅਤ ਕੌੜੀਆਂ ਜਿਵੇਂ ਨਿੰਮ ਦੀਆਂ ਮਾਮੂਲੀਆਂ ਹੁੰਦੀਆਂ ਹਨ। ਮਨ ਮੁਖ ਵਸ ਹੈ ਤਿਸ। ਮਹਾਰਾਜ ਕਹਿੰਦੇ ਐਸੀ ਜ਼ਹਿਰ ਸਾਰੀ ਜਿਹੜੀ ਹੈ ਇਕੱਠੀ ਕਰ ਦਈਏ ਉਸ ਪੁਰਖ ਦੇ ਮਨ ਵਿੱਚ ਵੀ ਤੇ ਮੁਖ ਵਿੱਚ ਵੀ। ਮਹਾਰਾਜ ਕਹਿੰਦੇ ਭਾਈ ਇਹੋ ਜੀ ਜ਼ਹਿਰ ਜਿਹੜੀ ਹੈ ਵਸਦੀ ਆ। ਜਿਸ ਤੂੰ ਚਿਤ ਨਾ ਆਵਹੀ। ਹੇ ਵਾਹਿਗੁਰੂ ਜਿਹਦੇ ਤੂੰ ਚੇਤੇ ਨਹੀਂ ਆਉਂਦਾ ਹੈ। ਵੇਖੋ ਜਿਹਨੂੰ ਨਿਰੰਕਾਰ ਨਹੀਂ ਯਾਦ ਆਉਂਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਐਡਾ ਜ਼ਰੀਲਾ ਪੁਰਖ ਹੁੰਦਾ ਹੈ ਉਹ। ਜਿਵੇਂ ਸਾਧ ਸੰਗਤ ਜੀ ਉਹ ਸੱਪਾਂ ਦੇ ਡੰਗ ਕਹਿੰਦੇ ਆ ਨਾ, ਜਿਹੜੇ ਜਾਣਕਾਰ ਹੁੰਦੇ ਆ ਉਹ ਵੇਖ ਲੈਂਦੇ ਆ ਕਿ ਸੱਪ ਕਿਹੜੀ ਨਸਲ ਦਾ ਹੈ। ਤੇ ਇਹੋ ਜਿਹੇ ਵੀ ਸੱਪ ਹੁੰਦੇ ਆ ਜਿਹੜੇ ਫੂਕ ਮਾਰ ਕੇ ਸਾੜ ਦਿੰਦੇ ਆ, ਅੱਗ ਭਰਾਉਂਦੇ ਮੂੰਹ ਚੋਂ। ਇਹੋ ਜਿਹੀ ਜ਼ਰੀਲੀ ਫੂਕ ਮਾਰਦੇ ਆ ਜਾਂ ਜ਼ਰੀਲਾ ਥੋਕੀ ਉਹਨਾਂ ਦਾ ਇਹੋ ਜਿਹਾ ਹੁੰਦਾ, ਸਾਰੇ ਸਰੀਰ ਤੱਕ ਛਾਲੇ ਪਾ ਦਿੰਦੇ। ਤੇ ਜ਼ਰੀਲਾ ਸੱਪ ਡੰਗ ਮਾਰੇ ਇਹੋ ਜਿਹੀ ਨਸਲ ਹੁੰਦੀ ਹੈ, ਕੋਈ ਪਾਣੀ ਨਹੀਂ ਮੰਗਦੇ, ਉਸੇ ਵੇਲੇ ਤੜਫ ਕੇ ਮਰ ਜਾਂਦੇ। ਸਤਿਗੁਰੂ ਜੀ ਕਹਿੰਦੇ ਭਾਈ ਮਨਮੁਖ ਜਿਹੜਾ ਨਾ ਇਹਨਾਂ ਸਾਰੀਆਂ ਜ਼ਹਿਰਾਂ ਤੋਂ ਵੱਧ ਕੇ ਹੈ। ਉਹਦੇ ਜਿਹਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ। ਵੇਖੀਏ ਕਿਹੇ ਜੀਆਂ ਜ਼ਹਿਰਾਂ ਹਨ ਤੋ ਹਜੂਰ ਫਰਮਾਉਂਦੇ ਹਨ ਤੁਮੀ ਤੁਮਾ ਵਿਸ। ਸਾਧ ਸੰਗਤ ਜੀ ਤੁਮੀ ਦੀ ਨਿਆਈ ਨਾ ਕੌੜੇ ਬੋਲ ਬੋਲਦੇ ਹਰ ਵੇਲੇ। ਕਦੇ ਵੀ ਮਿੱਠਾ ਬੋਲ ਆਪਣੇ ਮੂੰਹ ਤੋਂ ਨਹੀਂ ਬੋਲਦੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ। ਕੌੜੇ ਬੋਲ ਆਪਣੇ ਮੁਖ ਤੋਂ ਸਦਾ ਬੋਲਦੇ ਐ। ਫਿਰ ਮਹਾਰਾਜ ਕਹਿੰਦੇ ਤੁਮੇ ਦੀ ਨਿਆਈ ਉਹਨਾਂ ਦੇ ਅੰਦਰ ਕ੍ਰੋਧ ਦੀ ਜਿਹੜੀ ਹੈ ਨਾ ਜ਼ਹਿਰ ਉਹ ਭਰੀ ਹੋਈ ਹੈ। ਤੁਮੀ ਤੁਮਾ ਵਿਸ। ਵਿਸ ਦੀ ਨਿਆਈ ਮਹਾਰਾਜ ਕਹਿੰਦੇ ਭਾਈ ਜੀ ਘਾਤ ਕਰਨ ਰੂਪੀ ਜ਼ਹਿਰ ਹੈ ਉਹਨਾਂ ਦੇ ਅੰਦਰ, ਜਿਹੜੇ ਐ ਵਿਚਾਰ ਹੀ ਨਹੀਂ ਕਰਦੇ ਕਿ ਵੇਖੋ ਮਨੁੱਖ ਹੀ ਮਨੁੱਖ ਨੂੰ ਮਾਰੀ ਜਾਂਦਾ ਹੈ। ਫਿਰ ਬਹੁਤ ਜ਼ਿਆਦਾ ਗਰੀਬਾਂ ਦਾ ਗਲਾ ਘੁੱਟਦੇ ਐ, ਪਰਾਇਆ ਹੱਕ ਖਾਂਦੇ ਐ। ਮਹਾਰਾਜ ਕਹਿੰਦੇ ਭਾਈ ਇਹ ਵਿਸ ਸੰਖੀਏ ਜ਼ਹਿਰ ਦੀ ਨਿਆਈ ਹੈ। ਅਕ ਧਤੂਰਾ ਨਿੰਮ ਫਲ। ਫਿਰ ਅੱਕ ਦੀ ਨਿਆਈ ਸਾਧ ਸੰਗਤ ਜੀ ਮਿੱਠੇ ਪਦਾਰਥਾਂ ਦੇ ਖਾਣ ਦਾ ਜਿਹੜਾ ਲੱਭ ਹੈ ਨਾ ਉਹ ਅੱਕ ਦੀ ਨਿਆਈ ਕਿਉਂ ਹੈ? ਕਿਉਂਕਿ ਜਿੰਨਾ ਲੱਭ ਨਾਲ ਖਾਂਦਾ ਹੈ ਨਾ ਪਦਾਰਥਾਂ ਨੂੰ ਭੋਗਦਾ ਹੈ ਜ਼ਬਾਨ ਦੇ ਰਸ ਵਾਸਤੇ, ਉਹ ਇੰਨੇ ਅੱਕ ਵਾਂਗੂ ਖਾ ਕੇ ਫਿਰ ਅੰਤ ਨੂੰ ਕੌੜੇ ਪ੍ਰਤੀਤ ਹੁੰਦੇ ਆ ਕਿ ਰੋਗ ਲੱਗ ਜਾਂਦੇ ਸਰੀਰ ਨੂੰ। ਖਾਣ ਨੂੰ ਦਿਲ ਕਰਦਾ ਹੈ ਪਰ ਦੱਸਿਆ ਹੁੰਦਾ ਹੈ ਕਿ ਤੇਰੀ ਸ਼ੂਗਰ ਵੱਧ ਗਈ ਤੇ ਮਰੇਗਾ। ਹੈ ਤਾਂ ਉਹ ਮਿੱਠਾ ਹੀ ਪਰ ਅੱਕ ਵਰਗਾ ਕੌੜਾ ਪ੍ਰਤੀਤ ਹੋਣ ਲੱਗ ਜਾਂਦਾ। ਫਿਰ ਇਉਂ ਮਹਾਰਾਜ ਕਹਿੰਦੇ ਪਹਿਲੋਂ ਭਾਈ ਇਹ ਜਿਹੜੀ ਸੀ ਜ਼ਹਿਰ ਖਾਧੀ ਗਿਆ ਕਿਵੇਂ ਸਮਝ ਕੇ ਕਿ ਮਿੱਠੀ ਹੈ। ਮਿੱਠਾ ਜਾਣ ਕੇ ਖਾ ਗਿਆ ਤੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿਵੇਂ ਇਹ ਮਿੱਠਿਆ ਕਰਕੇ ਇਹਨਾਂ ਨੂੰ ਖਾਧਾ ਪਦਾਰਥਾਂ ਨੂੰ ਮਿੱਠੇ ਜਾਣ ਕੇ ਕਿ ਬੜਾ ਸਵਾਦ ਆਉਂਦਾ ਹੈ, ਪਰ ਮਹਾਰਾਜ ਕਹਿੰਦੇ ਭਾਈ ਅੰਦਰ ਨੂੰ ਅੱਕ ਵਰਗੇ ਪ੍ਰਤੀਤ ਹੁੰਦੇ ਆ। ਇਸ ਕਰਕੇ ਜਿਹੜਾ ਖਾਣ ਦਾ ਲਾਲਚ ਹੈ ਨਾ ਇਹ ਵੀ ਜਿਹਨੂੰ ਨਾਮ ਦੀ ਪ੍ਰੀਤ ਨਹੀਂ, ਮਹਾਰਾਜ ਕਹਿੰਦੇ ਅੱਕ ਵਰਗੀ ਜ਼ਹਿਰ ਆ ਉਹਨਾਂ ਦੇ ਅੰਦਰ। ਇਹ ਜ਼ਰੀਲੇ ਹੀ ਜਿਹੜੇ ਪਦਾਰਥ ਹਨ ਸਾਰੇ, ਪਰ ਮਿੱਠੇ ਜਾਣ ਕਰਕੇ ਮਹਾਰਾਜ ਕਹਿੰਦੇ ਭਾਈ ਖਾਣ ਦਾ ਇਹਨੂੰ ਲੱਭ ਹੈ, ਖਾਣ ਦਾ ਲਾਲਚ ਕਰਦਾ ਹੈ ਮਿੱਠੇ ਪਦਾਰਥਾਂ ਦਾ। ਫਿਰ ਪੜੋ ਅਕ ਧਤੂਰਾ ਨਿੰਮ ਫਲ। ਫਿਰ ਧਤੂਰੇ ਦੀ ਨਿਆਈ ਸਾਧ ਸੰਗਤ ਜੀ ਜਿਹੜਾ ਹੈ ਪਦਾਰਥਾਂ ਦੇ ਜੋੜਨ ਦਾ, ਮਾਇਕੀ ਪਦਾਰਥਾਂ ਦੇ ਜੋੜਨ ਦਾ ਬੜਾ ਜ਼ਿਆਦਾ ਇਹਨੂੰ ਲਾਲਚ ਹੈ। ਉਹ ਵੀ ਧਤੂਰੇ ਵਰਗੇ ਜ਼ਰੀਲੇ ਉਦੋਂ ਪ੍ਰਤੀਤ ਹੁੰਦੇ ਆ ਜਦੋਂ ਉਹਨਾਂ ਨੂੰ ਸੰਸਾਰ ਤੋਂ ਛੱਡ ਕੇ ਤੁਰਨ ਲੱਗਦਾ ਹੈ ਕਿ ਨਾਲ ਨਹੀਂ ਕੋਈ ਵੀ ਚੀਜ਼ ਨਿਭ ਰਹੀ ਜਿਨ੍ਹਾਂ ਨੂੰ ਮੈਂ ਇਕੱਠਿਆਂ ਕੀਤਾ ਸੀਗਾ। ਇਸ ਕਰਕੇ ਉਹ ਵੀ ਮਹਾਰਾਜ ਕਹਿੰਦੇ ਭਾਈ ਧਤੂਰੇ ਦੀ ਨਿਆਈ ਫਿਰ
ਜ਼ਰੀਲੇ ਹੀ ਦਿਸਦੇ ਐ, ਕੋਈ ਵੀ ਚੀਜ਼ ਨਾਲ ਨਹੀਂ ਨਿਭਦੀ। ਤੇ ਨਿੰਮ ਫਲ ਜਿਹੜਾ ਸਾਧ ਸੰਗਤ ਜੀ ਕਾਮ ਦਾ ਫੁਰਨਾ ਹੈ, ਇਹ ਨਿੰਮ ਫਲ ਦੀ ਤਰ੍ਹਾਂ ਕੌੜਾ ਹੈ, ਪਰ ਜੀਵ ਇਹਨੂੰ ਮਿੱਠਾ ਜਾਣ ਕਰਕੇ ਭੋਗ ਰਿਹਾ ਹੈ। ਮਹਾਰਾਜ ਕਹਿੰਦੇ ਭਾਈ ਇਹੋ ਜਿਹੀਆਂ ਜਿਹੜਾ ਸਾਰੀਆਂ ਜ਼ਹਿਰਾਂ ਹਨ, ਕੌੜਾ ਬੋਲਣ ਵਾਲੀ ਜ਼ਹਿਰ, ਕ੍ਰੋਧ ਵਾਲੀ ਜ਼ਹਿਰ, ਜੀਵ ਘਾਤ ਕਰਨ ਵਾਲੀ ਜ਼ਹਿਰ, ਤੇ ਪਦਾਰਥ ਮਿੱਠੇ ਖਾਣ ਵਾਲੀ ਜ਼ਹਿਰ, ਫਿਰ ਇਕੱਠੇ ਕਰਨ ਵਾਲੀ ਜ਼ਹਿਰ, ਤੇ ਕਾਮ ਦੇ ਫੁਰਨੇ ਦੀ ਜਿਹੜੀ ਜ਼ਹਿਰ ਹੈ ਵਿਸ਼ਿਆਂ ਵਿਕਾਰਾਂ ਦੀ। ਮਨ ਮੁਖ ਵਸ ਹੈ ਤਿਸ। ਹਜੂਰ ਕਹਿੰਦੇ ਉਹਦੇ ਮਨ ਵਿੱਚ ਵੀ ਤੇ ਮੁਖ ਰਸਨਾ ਦੇ ਉੱਤੇ ਵੀ ਮਹਾਰਾਜ ਕਹਿੰਦੇ ਭਾਈ ਇਹ ਜ਼ਹਿਰ ਹੀ ਵਸਦੀ ਆ। ਜਿਸ ਤੂੰ ਚਿਤ ਨਾ ਆਵਹੀ। ਹੇ ਵਾਹਿਗੁਰੂ ਜੀ ਦੇ ਤੂੰ ਚੇਤੇ ਨਹੀਂ ਆਉਂਦਾ ਹੈ। ਦੇਖ ਲਓ ਹੁਣ ਬੋਲ ਕਈ ਜ਼ਹਿਰ ਵਾਲਾ ਤੇ ਕਿਵੇਂ ਜੀਆਂ ਦੀ ਹੱਤਿਆ ਕਰਦੇ ਐ। ਮੁਖ ਦੇ ਉੱਤੇ ਵੀ ਇਹੋ ਜੀ ਜ਼ਰੀਲੀ ਜਿਹੜੀ ਆ ਉਹ ਆਵਾਜ਼ ਹੈ, ਜ਼ਰੀਲੇ ਬੋਲ ਹਨ। ਮਹਾਰਾਜ ਨੇ ਕਿਹਾ ਜਿਹਨੂੰ ਵਾਹਿਗੁਰੂ ਚਿੱਤ ਨਹੀਂ ਆਉਂਦਾ ਉਹਦੀ ਐਸੀ ਹਾਲਤ ਹੁੰਦੀ ਹੈ। ਤੇ ਜੇ ਕੋਈ ਇਹੋ ਜਿਹੀ ਦੀ ਕੁਸੰਗਤ ਕਰ ਲੇ, ਦੱਸੋ ਬਚੂਗਾ ਉਹ? ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਕਿ ਭਾਈ ਜਿਹੜਾ ਇੰਨਾ ਹੀ ਜ਼ਰੀਲਾ ਹੈ, ਉਹ ਕਹਿੰਦੇ ਆ ਵੈਦ ਪਤਾ ਨਹੀਂ ਹੁਣ ਜੇ ਕਿਸੇ ਕਮਾਇਆ ਹੋਵੇ ਤਾਂ ਉਹਨੂੰ ਹੀ ਪਤਾ ਹੈ। ਕਹਿੰਦੇ ਲੂਣ ਨਾ ਖਾਵੇ ਬਚਪਨ ਤੋਂ ਤੇ ਬੰਦੇ 'ਚ ਸੱਪ ਵਰਗੀ ਜ਼ਹਿਰ ਵੱਧ ਜਾਂਦੀ ਹੈ। ਤੇ ਜਦੋਂ ਸਮਝ ਲਓ ਜੇ ਇਹੋ ਜੀ ਜ਼ਹਿਰ ਵਧੀ ਹੋਵੇ ਤੇ ਕਹਿੰਦੇ ਉਹ ਕਿਸੇ ਨੂੰ ਕੱਟ ਲਵੇ ਤੇ ਉਹ ਸੱਪ ਦਾ ਡੰਗਿਆ ਤਾਂ ਬਚੇ, ਕਹਿੰਦੇ ਬੰਦੇ ਦਾ ਬਚਿਆ ਨਹੀਂ, ਡੰਗਿਆ ਨਹੀਂ ਬਚਦਾ ਹੈ। ਪਰ ਮਹਾਰਾਜ ਤਾਂ ਸਾਨੂੰ ਪ੍ਰਤੱਖ ਹੀ ਦਿਖਾ ਰਹੇ ਆ ਭਾਈ ਉਹ ਤਾਂ ਇੱਕ ਜ਼ਹਿਰ ਵੈ, ਆ ਤਾਂ ਕਿੰਨੀਆਂ ਹੀ ਜ਼ਹਿਰਾਂ ਮਹਾਰਾਜ ਕਹਿੰਦੇ ਉਹਦੀ ਮੁਖ ਤੇ ਹੀ ਵਸ ਰਹੀਆਂ ਨੇ। ਉਹਦੇ ਮਨ 'ਚ ਹੀ ਜਿਹੜੀ ਹੈ ਇੰਨੀ ਜ਼ਹਿਰ ਭਰੀ ਹੋਈ ਹੈ, ਤੇ ਜਿਹੜਾ ਉਹਦੀ ਕੁਸੰਗਤ ਕਰਨ ਰੂਪੀ ਡੰਗ ਮਰਵਾਏਗਾ ਉਹ ਕਿਵੇਂ ਬਚ ਸਕਦਾ ਹੈ? ਉਹ ਬਚ ਨਹੀਂ ਸਕਦਾ। ਇਸੇ ਕਰਕੇ ਬਾਣੀ ਦੇ ਅੰਦਰ ਇਹ ਫੈਸਲਾ ਦਿੱਤਾ ਹੈ ਕਿ ਜਿਹੜਾ ਹੈ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਕਹਿੰਦੇ ਜਿਹੜੇ ਚੌਲ ਹਨ ਉਹਨਾਂ ਦੀ ਪ੍ਰਾਪਤੀ ਵਾਸਤੇ ਜਿਹੜੀ ਉਹਦੀ ਤੁਖ ਹੈ ਨਾ, ਉਹਦੀ ਜਿਹੜੀ ਛਿੱਕੜ ਵੈ ਖਲ ਵੈ, ਤੇ ਉਹਨੂੰ ਇਸ ਪ੍ਰਕਾਰ ਉਹਦੇ ਛਿਲਕੇ ਨੂੰ ਨਾਲ ਕੁੱਟ ਪੈਂਦੀ ਹੈ। ਕਬੀਰ ਚਾਵਲ ਕਾਰਨੇ ਪ੍ਰਾਪਤ ਤਾਂ ਚੌਲ ਕਰਨੇ ਆ, ਤੁਖ ਕੋ ਮੋਹਲੀ ਲਾਏ। ਮੋਹਲੀਆਂ ਜਿਹੜੀਆਂ ਪਹਿਲਿਆਂ ਸਮਿਆਂ ਵਿੱਚ ਉਖਲੀਆਂ 'ਚ ਪਾ ਕੇ ਕੁੱਟਦੇ ਸੀ ਤੇ ਫਿਰ ਉਹ ਛਿਲਕਾ ਵੱਖ ਕੀਤਾ ਜਾਂਦਾ ਤੇ ਚੌਲ ਵੱਖ ਕਰ ਲਏ ਜਾਂਦੇ। ਤੇ ਕਬੀਰ ਜੀ ਕਹਿੰਦੇ ਭਾਈ ਮਤਲਬ ਤਾਂ ਚੌਲਾਂ ਨਾਲ ਹੈ ਤੇ ਉਹ ਛਿਲਕੇ ਦੀ ਐਵੇਂ ਹੀ ਨਾਲ ਜਾਨ ਕੱਢ ਛੱਡੀ ਆ, ਉਹਨੂੰ ਐਵੇਂ ਨਾਲ ਹੀ ਮੁੰਗਲੀਆਂ ਚੰਗੀਆਂ ਪਈਆਂ ਨੇ। ਤੇ ਇਹ ਕਬੀਰ ਜੀ ਪ੍ਰਮਾਣ ਦੇ ਕੇ ਦੱਸਿਆ ਭਾਈ ਉਹ ਛਿਲਕੇ ਦਾ ਕਸੂਰ ਤਾਂ ਕੋਈ ਵੀ ਨਹੀਂ ਸੀਗਾ, ਤੇ ਪਰ ਕਹਿੰਦੇ ਕੁੱਟ ਉਹਨੂੰ ਖਾਣੀ ਪਈ ਨਾਲ ਚੌਲਾਂ ਦੇ। ਇਸੇ ਤਰ੍ਹਾਂ ਕਹਿੰਦੇ ਸੰਗ ਕੁਸੰਗੀ ਬੈਸ ਤੇ ਜਿਹੜੇ ਕੁਸੰਗੀਆਂ ਦੇ ਸੰਗ ਬਹਿੰਦੇ ਆ ਨਾ ਜਾ ਕਰਕੇ, ਕਹਿੰਦੇ ਨੇ ਲੈ ਤੂੰ ਕਿਹੜਾ ਸ਼ਰਾਬ ਪੀਣੀ ਹੈ, ਚੱਲ ਆ ਜਾ ਨਾਲ ਉੱਥੇ ਬਹਿ ਹੀ ਜਾਵੀਂ। ਉਹ ਇਸ ਤਰ੍ਹਾਂ ਜਾ ਕਰਕੇ ਜਿਹੜੇ ਬਹਿ ਜਾਂਦੇ ਆ, ਚੱਲ ਮੇਰੇ ਕਿਹੜੇ ਮੂੰਹ 'ਚ ਪਾ ਦੇਣ ਲੱਗੇ ਆ, ਮੈਂ ਕਿਹੜਾ ਹੱਥ ਲਾਉਣਾ ਹੈ। ਇਹ ਬਾਣੀ ਦਾ ਫੈਸਲਾ ਹੈ। ਜਿਹੜੇ ਕਹਿੰਦੇ ਆ ਚੱਲ ਉੱਥੇ ਤੂੰ ਕਿਹੜਾ ਕੋਈ ਬੁਰਾ ਕਰਮ ਕਰਨਾ, ਤੂੰ ਪਾਸੇ ਹੀ ਖਲੋਤਾ ਰਹੀਂ, ਇਉਂ ਜਿਹੜੇ ਨਾਲ ਚਲੇ ਜਾਂਦੇ ਆ, ਕੋਲ ਬਹਿ ਜਾਂਦੇ ਆ। ਕਬੀਰ ਸਾਹਿਬ ਜੀ ਕਹਿੰਦੇ ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਧਰਮ ਰਾਜਾ ਪੁੱਛ ਜ਼ਰੂਰ ਕਰੂਗਾ ਬਈ ਤੇਰਾ ਉੱਥੇ ਕੀ ਕਰਮ ਸੀ, ਤੂੰ ਉੱਥੇ ਕੀ ਕਰਨ ਗਿਆ ਸੈਂ। ਕਹਿੰਦੇ ਇਸੇ ਤਰ੍ਹਾਂ ਉਹਦਾ ਛਿਲਕੇ ਦਾ ਕਸੂਰ ਤਾਂ ਕੋਈ ਵੀ ਨਹੀਂ, ਪਰ ਉਹਨੂੰ ਕੁੱਟ ਖਾਣੀ ਪਈ। ਕਸੂਰ ਤਾਂ ਭਾਈ ਕੋਈ ਵੀ ਨਹੀਂ ਜੇ ਨਾਲ ਕੁਸੰਗੀਆਂ ਦੇ ਚਲੇ ਗਿਆ, ਪਰ ਜਮਾਂ ਦੀ ਮਾਰ ਤੋਂ ਬਚਣਾ ਫਿਰ ਔਖਾ ਹੀ ਹੈ, ਫਿਰ ਨਹੀਂ ਬਚਿਆ ਜਾ ਸਕਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਇਹ ਲੱਛਣ ਪ੍ਰਗਟ ਕਰਕੇ ਦੱਸਿਆ ਸਿੱਖਾਂ ਦੇ ਬੇਨਤੀ ਕਰਨ ਤੋਂ। ਕਈ ਭਾਈ ਜਿਹਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ ਹੈ ਉਹਦੇ 'ਚ ਇੰਨੀ ਜ਼ਿਆਦੀ ਜ਼ਹਿਰ ਵੱਧ ਜਾਂਦੀ ਹੈ। ਇਹ ਸਾਧ ਸੰਗਤ ਜੀ ਜਿਹੜਾ ਕਹਿਣਾ ਕਿ ਮੇਰਾ ਮਨ ਨਹੀਂ ਟਿਕਦਾ ਤੇ ਮੈਂ ਭਜਨ ਕਰਕੇ ਕੀ ਲੈਣਾ ਹੈ, ਹੌਲੀ ਹੌਲੀ ਭਜਨ ਕਰਨ ਨਾਲ ਕੀ ਹੁੰਦਾ ਹੈ, ਮਨ ਭਾਵੇਂ ਨਹੀਂ ਟਿਕਦਾ ਪਰ ਇਹ ਜ਼ਹਿਰਾਂ ਮਰਨ ਲੱਗ ਜਾਂਦੀਆਂ ਅੰਦਰੋਂ। ਜਿਵੇਂ ਇਹ ਸੱਪਾਂ ਦੀ ਜ਼ਹਿਰ ਘਟਾਉਂਦੇ ਐ, ਕੱਢਦੇ ਐ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਨਾਮ ਹੈ ਨਾ, ਇਹ ਅੰਦਰੋਂ ਸਾਡੇ ਜ਼ਹਿਰਾਂ ਨੂੰ ਮਾਰਦਾ ਹੈ। ਭਾਵੇਂ ਮਨ ਨਹੀਂ ਵੀ ਲੱਗਦਾ ਨਾ,
ਤਾਂ ਵੀ ਨਾਮ ਜ਼ਰੂਰ ਜਪਣਾ ਚਾਹੀਦਾ। ਮਨ ਜਿਹੜਾ ਹੈ ਅੰਦਰੋਂ, ਜੇ ਇੰਨੀ ਉਮਰ ਲੰਘ ਗਈ ਹੋਵੇ, ਕੋਈ 20 ਸਾਲ, ਕੋਈ 25 ਸਾਲ, ਕੋਈ 40 ਸਾਲ, ਮਨ ਦੀ ਖੁਰਾਕ ਜੇ ਵਿਸ਼ੇ ਵਿਕਾਰ ਹੀ ਬਣਾ ਛੱਡੇ, ਹੁਣ ਇੱਕਦਮ ਤਾਂ ਇਹ ਜ਼ਹਿਰ ਨਹੀਂ ਨਾ ਮਰਨ ਲੱਗੀ, ਇੱਕਦਮ ਤਾਂ ਮਨ ਜਿਹੜਾ ਹੈ ਉਹ ਹਟਣ ਨਹੀਂ ਲੱਗਾ ਹੈ, ਭਜਨ ਦੇ ਵੱਲ ਜੁੜਦਾ ਨਹੀਂ। ਭਾਵੇਂ ਕਿ ਸਰੀਰ ਕਰਕੇ ਭਜਨ ਹੀ ਕਰਨ ਲੱਗ ਜੇ, ਰਸਨਾ ਭਾਵੇਂ ਜਪਣੀ ਲੱਗ ਜੇ, ਪਰ ਸੁਰਤੀ ਵੀ ਨਹੀਂ ਟਿਕਦੀ ਪਹਿਲਾਂ। ਜੇ ਸੁਰਤ ਵੀ ਟਿਕਣ ਲੱਗ ਜੇ ਫਿਰ ਥੋੜਾ ਜਲਦੀ ਹੋ ਜਾਂਦਾ, ਫਿਰ ਆਸਾਨ ਹੋ ਜਾਂਦਾ ਹੈ। ਸੁਰਤ ਦੇ ਟਿਕਦਿਆਂ ਹੀ ਮਨ ਤੱਕ ਜਿਹੜੀ ਹੈ ਚੋਟ ਜਾਂਦੀ ਹੈ, ਪਰ ਜਿੰਨਾ ਚਿਰ ਸੁਰਤ ਨਹੀਂ ਫੁਰਨੇ ਕਰਨੋਂ ਹਟਦੀ ਫਿਰ ਮਨ ਦੇ ਉੱਤੇ ਚੋਟ ਨਹੀਂ ਵੱਜਦੀ। ਮਨ ਤਾਂ ਬਾਰ-ਬਾਰ ਘੁੰਮ ਕੇ ਵਿਸ਼ਿਆਂ ਦੇ ਸੁੱਖ ਹੀ ਮੰਗੀ ਜਾਂਦਾ ਹੈ, ਰਸਨਾ ਭਾਵੇਂ ਭਜਨ ਕਰੀ ਜਾਵੇ, ਇਹ ਪਦਾਰਥਾਂ ਦੇ ਸੁੱਖ ਹੀ ਮੰਗੀ ਜਾਂਦਾ ਹੈ। ਉਹਦਾ ਕਾਰਨ ਇਹ ਹੈ ਕਿ ਅੰਦਰ ਜ਼ਹਿਰ ਹੈ, ਉਹ ਜ਼ਹਿਰ ਮਰ ਰਹੀ ਹੁੰਦੀ ਹੈ ਭਜਨ ਦੇ ਕਹਿਤਿਆਂ। ਜਿਵੇਂ ਜਿਵੇਂ ਫਿਰ ਭਜਨ ਕਰੇ, ਇਹ ਅੰਦਰੋਂ ਜ਼ਹਿਰਾਂ ਜਿਹੜੀਆਂ ਨਾ ਫਿਰ ਇਹ ਖਤਮ ਹੁੰਦੀਆਂ ਹਨ, ਮਰਦੀਆਂ ਹਨ ਜ਼ਹਿਰਾਂ। ਜਿਨ ਭਜਨ ਕਰਨ ਦੀ ਆਦਤ ਪਾ ਲਈ, ਉਹਦੇ ਅੰਦਰੋਂ ਤੁੰਮੀ ਵਰਗੀ ਸਾਧ ਸੰਗਤ ਜੀ ਜਿਹੜੀ ਕੌੜਾ ਬੋਲਣ ਵਾਲੀ ਜ਼ਹਿਰ ਹੈ ਨਾ, ਪਹਿਲੋਂ ਇਹ ਜਾਂਦੀ ਹੈ, ਉਹ ਕਿਸੇ ਨੂੰ ਕੌੜਾ ਨਹੀਂ ਬੋਲਦੇ। ਜਿਵੇਂ ਫਰੀਦ ਜੀ ਨੇ ਕਿਹਾ ਨਾ ਕਿ ਫਰੀਦਾ ਜਾਓ ਤੋ ਪ੍ਰਿਆ ਦੀ ਸਿੱਕ, ਹਿਆਓ ਨਾ ਠਾਹੇ ਕਹੀਦਾ। ਕਹਿੰਦੇ ਜੇ ਤੈਨੂੰ ਅੱਲਾ ਨੂੰ ਮਿਲਣ ਦੀ ਚਾਹ ਏ ਤੇ ਕੌੜਾ ਬੋਲ ਕੇ ਕਦੇ ਕਿਸੇ ਦਾ ਦਿਲ ਨਾ ਦੁਖਾਵੀਂ। ਇਹ ਜ਼ਹਿਰ ਪਹਿਲੋਂ ਅੰਦਰੋਂ ਮਰਦੀ ਹੈ, ਉਹ ਕਿਸੇ ਨੂੰ ਕੌੜਾ ਨਹੀਂ ਬੋਲਦੇ, ਮੁਖ ਤੇ ਮਿਠਾਸ ਆ ਜਾਂਦੀ ਹੈ। ਇਹ ਤੁੰਮੀ ਵਰਗੀ ਕੁੜੱਤਣ ਜਿਹੜੀ ਹੈ ਜ਼ਹਿਰ, ਉਹ ਅੰਦਰੋਂ ਖਤਮ ਹੁੰਦੀ ਹੈ। ਫਿਰ ਸਾਧ ਸੰਗਤ ਜੀ, ਜਿਵੇਂ ਤੁੰਮੇ ਦੀ ਨਿਆਈ ਕ੍ਰੋਧ ਵੈ, ਇਹ ਬੜਾ ਬਲੀ ਹੈ, ਬੜਾ ਪ੍ਰਬਲ ਹੈ। ਕ੍ਰੋਧ ਨੂੰ ਮਾਰਨਾ ਜਿਹੜਾ ਇਸ ਜ਼ਹਿਰ ਨੂੰ, ਇਹ ਜੀਵ ਦੇ ਵਸੀਕਾਰ ਨਹੀਂ ਹੈ। ਪਰ ਜਿਹੜਾ ਸਤਿਗੁਰਾਂ ਜੀ ਦਾ ਆਸਰਾ ਲੈ ਲੈਂਦੇ ਆ ਨਾ ਮਨ ਦੇ ਅੰਦਰ, ਤੇ ਭਜਨ ਕਰਦਿਆਂ ਮਨ ਦੇ ਅੰਦਰ ਭਾਵਨਾ ਰੱਖਦੇ ਆ, ਮਹਾਰਾਜ ਮੇਰੀ ਮਿਹਨਤ ਨਾਲ ਨਹੀਂ, ਤੁਹਾਡੀ ਕਿਰਪਾ ਨਾਲ ਇਹ ਜ਼ਹਿਰ ਅੰਦਰੋਂ ਮਰ ਸਕਦੀ ਹੈ। ਫਿਰ ਮਹਾਰਾਜ ਦਾ ਅੰਮ੍ਰਿਤ ਨਾਮ ਜਿਹੜਾ ਹੈ ਨਾ, ਉਹ ਇਹਨਾਂ ਜ਼ਹਿਰਾਂ ਨੂੰ ਆਸਤਾ ਆਸਤਾ ਸਮਾਪਤ ਕਰਦਾ ਚਲਿਆ ਜਾਂਦਾ। ਜੀਵ ਘਾਤ ਕਰਨਾ ਵੀ ਮਨ ਚੋਂ ਜਿਹੜਾ ਹੈ ਉਹ ਫਿਰ ਹਟ ਜਾਂਦਾ ਮਨ। ਫਿਰ ਜਿਹੜੇ ਸਾਧ ਸੰਗਤ ਜੀ ਖਾਣ ਦਾ ਉਹਨਾਂ ਨੂੰ ਲੱਭ ਹੀ ਨਹੀਂ ਰਹਿੰਦਾ ਹੈ, ਕਿਉਂਕਿ ਜਦੋਂ ਨਾਮ ਦਾ ਹੀ ਭੋਜਨ ਕਰਨ ਲੱਗ ਗਏ ਤੇ ਉਹ ਖਾਂਦੇ ਫਿਰ ਇਉਂ ਹੈ ਕਿ ਸਰੀਰ ਜਿਹੜਾ ਹੈ ਉਹ ਚੱਲਦਾ ਰਹੇ। ਇਹ ਨਹੀਂ ਕਿ ਉਹ ਜਿਹੜਾ ਸਤਿਗੁਰਾਂ ਜੀ ਕਿਹਾ ਕਿ ਭਾਈ ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਇੰਨਾ ਰਸ ਨਾਲ ਖਾ ਕੇ ਤੇ ਫਿਰ ਉਹ ਕੌੜਾ ਹੀ ਹੈ ਨਾ। ਫਿਰ ਤਾਂ ਉਹ ਤਾਂ ਅੱਕ ਦੀ ਨਿਆਈ ਕੌੜਾ ਹੈ, ਸਰੀਰ ਰੋਗੀ ਹੋ ਜਾਂਦਾ, ਅੱਕ ਦੀ ਨਿਆਈ ਕੌੜਾ ਲੱਗਦਾ ਹੈ। ਤੇ ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਚਖਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਇਹ ਵੀ ਜ਼ਹਿਰ ਲੱਥਣ ਲੱਗ ਜਾਂਦੀ। ਤੇ ਫਿਰ ਜਿਹੜਾ ਹੈ ਧਤੂਰੇ ਦੀ ਨਿਆਈ ਸਾਧ ਸੰਗਤ ਜੀ ਜੋੜਨ ਦਾ, ਜਦੋਂ ਮਰਨ ਲੱਗਿਆਂ ਜੋ ਜ਼ਰੀਲੇ ਪ੍ਰਤੀਤ ਹੋਣੇ ਆ, ਫਿਰ ਨਾਮ ਦੀ ਜਿਹੜੀ ਅਗਵਾਹੀ ਦੇ ਅੰਦਰ, ਨਾਮ ਦੀ ਪ੍ਰੀਤ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਸਭ ਕੁਝ ਮਿਥਿਆ ਏ, ਮਨਾ ਇਹ ਛੱਡ ਜਾਣਾ, ਨਾਲ ਨਹੀਂ ਨਿਭਣਾ। ਇਸ ਕਰਕੇ ਜਿਉਂਦਿਆਂ ਹੀ ਮੋਹ ਉਹਨਾਂ ਦਾ ਪਦਾਰਥਾਂ ਦੇ ਜੋੜਨ ਵੱਲੋਂ ਟੁੱਟ ਜਾਂਦਾ ਹੈ। ਤੇ ਫਿਰ ਜਿਹੜਾ ਕਾਮ ਦਾ ਫੁਰਨਾ ਹੈ, ਨਿੰਮ ਦੀ ਮਮੋਲੀ ਦੀ ਨਿਆਈ ਬੜਾ ਕੌੜਾ, ਉਹ ਵੀ ਅੰਦਰੋਂ ਚੁੱਕ ਜਾਂਦਾ ਹੈ। ਇਹ ਨਾਮ ਦੀ ਪ੍ਰੀਤ ਨਾਲ ਜ਼ਹਿਰਾਂ ਮਰਦੀਆਂ ਹਨ ਅੰਦਰੋਂ। ਤੇ ਜੇ ਨਾਮ ਦੀ ਪ੍ਰੀਤ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਮਨ ਵਿੱਚ ਵੀ ਇਹੋ ਜੀ ਜ਼ਹਿਰ ਭਰੀ ਹੋਈ ਹੈ, ਤੇ ਮੁਖ ਵਿੱਚ ਵੀ ਇਹ ਸਾਰੀਆਂ ਹੀ ਜ਼ਹਿਰਾਂ ਜਿਹੜੀਆਂ ਮਹਾਰਾਜ ਕਹਿੰਦੇ ਇਕੱਠੀਆਂ ਹੀ ਉਹਦੇ ਮੁਖ ਤੇ ਵੀ ਨੇ ਤੇ ਉਹਦੇ ਹਿਰਦੇ ਵਿੱਚ ਵੀ ਹਨ। ਨਾਨਕ ਕਹੀਏ ਕਿਸ, ਪੰਕਤੀ ਪਿਛਲੀ ਪੜੋ। ਮਨ ਮੁਖ ਵਸ ਹੈ ਤਿਸ, ਉਸ ਦੇ ਮਨ ਵਿੱਚ ਵੀ ਤੇ ਮੁਖ ਵਿੱਚ ਵੀ ਮਹਾਰਾਜ ਕਹਿੰਦੇ ਤਿਸ ਦੇ ਭਾਈ ਵਸਦੀਆਂ ਨੇ। ਜਿਸ ਤੂੰ ਚਿਤ ਨਾ ਆਵਹੀ, ਕਿਸ ਦੇ ਮਨ ਤੇ ਮੁਖ ਵਿੱਚ ਵਸਦੀਆਂ ਜ਼ਹਿਰਾਂ, ਹੇ ਵਾਹਿਗੁਰੂ ਜਿਸ ਦੇ ਤੂੰ ਚੇਤੇ ਨਹੀਂ ਆਉਣਾ ਹੈ, ਜਿਹੜੇ ਤੈਨੂੰ ਯਾਦ ਨਹੀਂ ਕਰਦੇ, ਮਨ ਚ ਨਹੀਂ ਚੇਤੇ ਆਉਂਦੇ ਮਹਾਰਾਜ, ਰਸਨਾ ਤੋਂ ਨਹੀਂ ਜਪਦੇ, ਨੇਤਰ ਦਰਸ਼ਨ ਨਹੀਂ ਕਰਦੇ ਗੁਰੂ ਸਾਹਿਬ ਜੀ ਦਾ, ਕੰਨ ਨਾਮ ਸੁਣਦੇ ਨਹੀਂ ਹਨ, ਤੇ ਦੱਸੋ ਫਿਰ ਜ਼ਹਿਰ ਹੀ ਵੱਧਦੀ ਜਾਣੀ ਹੈ ਨਾ।
ਮਹਾਰਾਜ ਕਹਿੰਦੇ ਉਹਦੇ ਅੰਦਰ ਇਹ ਜ਼ਹਿਰਾਂ ਵਸਦੀਆਂ ਹਨ। ਨਾਨਕ ਕਹੀਐ ਕਿਸ ਸਤਿਗੁਰੂ ਜੀ ਕਹਿੰਦੇ ਭਾਈ ਕਿਹਨੂੰ ਕਹਿਣਾ ਕਰੀਏ। ਹੰਢਨ ਕਰਮਾਂ ਬਾਹਰੇ ਇਹ ਜੀਵ ਜਿਹੜੇ ਆ ਨਾ ਨਿਸ਼ਕਾਮ ਕਰਮਾਂ ਤੋਂ ਬਾਹਰੇ ਮਹਾਰਾਜ ਕਹਿੰਦੇ ਭਾਈ ਬਗੈਰ ਐਵੇਂ ਹੰਢਨ ਤੁਰੇ ਫਿਰਦੇ ਐ, ਧੱਕੇ ਖਾਂਦੇ ਫਿਰਦੇ। ਇਹੋ ਜੀ ਹਾਲਤ ਵੇ ਫਿਰ ਪੜੋ। ਨਾਨਕ ਕਹੀਐ ਕਿਸ ਸਤਿਗੁਰੂ ਜੀ ਕਹਿੰਦੇ ਭਾਈ ਕਿਸ ਦੇ ਤਾਈਂ ਦੋਸ਼ ਦੇਣਾ ਕਰੀਏ, ਕਿਹਦੇ ਤਾਈਂ ਕਹਿਣਾ ਕਰੀਏ। ਹੰਢਨ ਕਰਮਾਂ ਬਾਹਰੇ ਵਾਹਿਗੁਰੂ ਜੀ ਦੀ ਕਰਮਾਂ ਬਖਸ਼ਿਸ਼ ਤੋਂ ਬਿਨਾਂ ਮਹਾਰਾਜ ਕਹਿੰਦੇ ਭਾਈ ਕਰ ਬਖਸ਼ਿਸ਼ ਤੋਂ ਬਾਹਰੇ ਹੈ ਜੀਵ, ਤੇ ਧੱਕੇ ਖਾਂਦੇ ਫਿਰਦੇ ਐ, ਜੂਨਾਂ 'ਚ ਚਲੇ ਜਾਂਦੇ ਐ। ਫਿਰ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ। ਫਿਰ ਕਦੇ ਪੁੰਨ ਕਰਮ ਕਰਕੇ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਜਾਂਦੇ ਐ, ਪਰ ਅੰਦਰ ਜਿਹੜੀ ਆ ਉਹ ਕੁੜੱਤਣ ਨਹੀਂ ਮਰਦੀ ਹੈ, ਜ਼ਹਿਰ ਨਹੀਂ ਮਰਦੀ ਹੈ ਵਿਸ਼ਿਆਂ ਦੀ। ਉਹ ਜ਼ਹਿਰ ਉਵੇਂ ਹੀ ਜ਼ਰੀਲਾ ਮਨ ਰਹਿੰਦਾ ਹੈ, ਤੇ ਬਹੁਤ ਮਹਾਰਾਜ ਕਹਿੰਦੇ ਭਾਈ ਬੁਰੀ ਹਾਲਤ ਹੁੰਦੀ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਾਹਰੇ ਹੈ, ਨਿਸ਼ਕਾਮ ਕਰਮਾਂ ਤੋਂ ਬਾਹਰੇ ਹੈ, ਖਾਲੀ ਹਨ। ਮਹਾਰਾਜ ਕਹਿੰਦੇ ਭਾਈ ਤੁਰੇ ਫਿਰਦੇ ਆ, ਇਉਂ ਭਟਕਦੇ ਫਿਰਦੇ ਆ। ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਮਤ ਪੰਖੇਰੂ ਕਿਰਤ ਸਾ। ਮਹਾਰਾਜ ਹੁਣ ਫਰਮਾਉਂਦੇ ਆ ਗੁਰਸਿੱਖੋ, ਜਿਹੜਾ ਮਨ ਭਜਨ ਚ ਨਹੀਂ ਨਾ ਟਿਕਦਾ, ਇਹ ਜਿਹੜੀ ਮਤ ਹੈ ਨਾ ਇਹ ਪੰਖੇਰੂ ਪੰਛੀ ਦੀ ਨਿਆਈ ਹੈ। ਤੇ ਜਿਹੜੇ ਖੰਭ ਹਨ ਨਾ ਉਹ ਬਿਦ ਨਖੇਦ ਕੀਤੇ ਹੋਏ ਜਿਹੜੇ ਕਰਮ ਹਨ ਨਾ ਇਹ ਸਾਥ ਨਾਲ ਖੰਭ ਲੱਗੇ ਹੋਏ ਐ। ਇਹ ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੈ ਸੋ ਤੈਸੋ ਫਲ ਖਾਏ। ਇਹ ਜੀਵ ਦੀ ਹਾਲਤ ਇਹੋ ਜੀ ਹੈ। ਇਹ ਮਨ ਜਿਹੜਾ ਇਹ ਵੀ ਪੰਖੇਰੂ ਹੋਇਆ ਰਹਿੰਦਾ ਹੈ, ਪੰਛੀ ਬਣਿਆ ਰਹਿੰਦਾ ਹੈ। ਇੱਥੇ ਮਹਾਰਾਜ ਮਤ ਦੱਸਦੇ ਆ, ਮਤ ਪੰਖੇਰੂ ਕਿਰਤ ਸਾਥ। ਇਹ ਜਿਹੜੀ ਕਿਰਤ ਹੈ ਨਾ ਕੀਤੇ ਹੋਏ ਦੇ ਕਰਮ, ਉਹ ਇਹਦੇ ਨਾਲ ਹਰ ਵੇਲੇ ਜਿਹੜੇ ਕਰਮ ਹੈ ਨਾ ਉਹ ਸਾਧ ਸੰਗਤ ਜੀ ਇਹਨੂੰ ਪੰਛੀ ਦੀ ਤਰ੍ਹਾਂ ਉਡਾਉਂਦੇ ਐ। ਮਹਾਰਾਜ ਦੱਸਦੇ ਹਨ ਕਿ ਕਿਵੇਂ ਭਾਈ ਬਿਦ ਨਖੇਦ ਰੂਪੀ ਕਰਮਾਂ ਦੇ ਖੰਭਾਂ ਦੇ ਨਾਲ ਇਹ ਉਡਾਰੀਆਂ ਭਰਦਾ ਹੈ। ਇਹਦੀ ਮਤ ਜਿਹੜੀ ਹੈ ਕਿਵੇਂ ਪੰਛੀ ਵਾਂਗੂ ਉੱਡਦੀ ਹੈ, ਹਜੂਰ ਦੱਸਦੇ ਹਨ। ਮਤ ਪੰਖੇਰੂ ਕਿਰਤ ਸਾਥ। ਕਿਰਤ ਜਿਹੜੇ ਕੀਤੇ ਹੋਏ ਕਰਮ ਹਨ ਬਿਦ ਨਖੇਦ, ਉਹ ਨਾਲ ਖੰਭ ਹਨ ਇਹਦੀ ਮਤ ਰੂਪੀ ਪੰਛੀ ਦੇ ਲੱਗੇ ਹੋਏ। ਕਬ ਉੱਤਮ ਕਬ ਨੀਚ। ਕਦੇ ਤਾਂ ਮਹਾਰਾਜ ਕਹਿੰਦੇ ਭਾਈ ਉੱਤਮ ਬਣ ਜਾਂਦਾ ਹੈ ਕਿ ਅਸੀਂ ਤਾਂ ਬੜੇ ਮਹਾਨ ਵਾਂ, ਤੇ ਕਬੂ ਹੋਏ ਬਹਿ ਬੜ ਰਾਜਾ, ਬੜਾ ਜ਼ਿਆਦਾ ਉੱਤਮ ਬਣ ਜਾਂਦਾ। ਸਾਡੇ ਬਰਾਬਰ ਕੌਣ ਹੈ, ਉੱਚੀ ਜਾਤ ਹੈ ਸਾਡੀ, ਅਸੀਂ ਸਮਾਜ ਵਿੱਚ ਬੜਾ ਰੁਤਬਾ ਰੱਖਦੇ ਹਾਂ, ਬੜਾ ਮਹਾਰਾਜ ਕਹਿੰਦੇ ਭਾਈ ਉੱਚਾ ਬਣ ਜਾਂਦਾ ਹੈ। ਤੇ ਇਹ ਕਰਮ ਹੀ ਹੈ ਨਾ, ਕੀਤੇ ਹੋਏ ਕਰਮ ਇਹਨੂੰ ਉਧਰ ਨੂੰ ਉਡਾਰੀ ਭਰਾਉਂਦੇ ਹੈ ਤੇ ਹੰਕਾਰ ਕਰਾਉਂਦੇ ਅੰਦਰ, ਬੜਾ ਜ਼ਿਆਦਾ ਮਾਣ ਕਰਦਾ, ਸਾਡੇ ਬਰਾਬਰ ਨਹੀਂ ਕੋਈ ਹੋ ਸਕਦਾ। ਇਹ ਕਰਮ ਅੰਦਰ ਗੇੜ ਲਾ ਰਹੇ ਹੈ, ਮੱਤ ਮਾਰ ਰਹੇ ਹੈ। ਕੀਤੇ ਹੋਏ ਨਖਿੱਧ ਕਰਮ ਹੀ ਜਿਹੜੇ ਹੈ ਨਾ ਇਹਦੀ ਮੱਤ ਨੂੰ ਉਹ ਖੰਭ ਲਾ ਲਾ ਕੇ ਉਧਰ ਨੂੰ ਹੰਕਾਰ ਦੇ ਪਹਾੜਾਂ ਵੱਲ ਨੂੰ ਉਡਾਉਂਦੇ ਇਸ ਨੂੰ। ਤੇ ਸਗੋਂ ਹੀ ਜ਼ਿਆਦਾ ਜਿਹੜਾ ਹੈ ਉਹ ਆਪਣੀਆਂ ਸਭਾ ਸੁਸਾਇਟੀਆਂ ਬਣਾਈਆਂ ਹੁੰਦੀਆਂ ਕਿ ਸਾਡੇ ਨਹੀਂ ਬਰਾਬਰ ਕੋਈ ਵੀ, ਅਸੀਂ ਬੜੇ ਦਾਨੇ ਆ, ਬੜੇ ਸਿਆਣੇ ਆ। ਤੇ ਮਹਾਰਾਜ ਕਹਿੰਦੇ ਕਬ ਉੱਤਮ ਕਬ ਨੀਚ। ਤੇ ਕਦੇ ਫਿਰ ਮਹਾਰਾਜ ਕਹਿੰਦੇ ਭਾਈ ਜਦੋਂ ਕਰਮ ਇਹੋ ਜਿਹਾ ਗੇੜ ਮਾਰਦੇ ਐ, ਕਦੇ ਫਿਰ ਇਸ ਪ੍ਰਕਾਰ ਜਿਹੜਾ ਹੈ ਕਬਹੂ ਭਿਖਾਰੀ ਨੀਚ ਕਾ ਸਾਜਾ, ਨੀਵਾਂ ਜਿਹਾ ਐਵੇਂ ਨਿਮਾਣਾ ਜਿਹਾ ਬਣ ਜਾਂਦਾ ਹੈ ਕਿ ਨਹੀਂ ਜੀ ਅਸੀਂ ਤਾਂ ਕੁਛ ਨਹੀਂ ਜੀ, ਤੁੱਛ ਵਾਂ। ਇਉਂ ਬਹੁਤ ਹੀ ਜ਼ਿਆਦਾ ਛੋਟਾ ਜਿਹਾ ਫਿਰ ਮਹਾਰਾਜ ਕਹਿੰਦੇ ਭਾਈ ਕਦੇ ਬਣ ਜਾਂਦਾ ਜਦੋਂ ਕਰਮ ਹੀ ਇਹਨੂੰ ਜਿਹੜੀ ਮੱਤ ਨੂੰ ਉਡਾਉਂਦੇ ਆ। ਕਬ ਚੰਦਨ ਕਬ ਅਕੜਾ। ਕਦੇ ਮਹਾਰਾਜ ਕਹਿੰਦੇ ਭਾਈ ਚੰਦਨ ਦੀ ਨਿਆਈ ਸ੍ਰੇਸ਼ਟ ਵਿਚਾਰਾਂ ਵਾਲਾ ਬਣ ਜਾਂਦਾ ਹੈ ਬਹੁਤ ਜ਼ਿਆਦਾ। ਕਈਆਂ ਨੇ ਨਾ ਇਉਂ ਸਭਾ ਸੁਸਾਇਟੀਆਂ ਬਣਾਈਆਂ ਹੁੰਦੀਆਂ, ਉਹਦੇ ਵਿੱਚ ਦੱਸਦੇ ਆ ਕਿ ਆਪਾਂ ਇਉਂ ਸਮਾਜ ਦੇ ਵਿੱਚ ਆਹ ਚੀਜ਼ਾਂ ਕਰੀਏ, ਬੜੀਆਂ ਚੰਗੀਆਂ ਵਿਚਾਰਾਂ ਦਿੰਦੇ ਆ। ਬਹੁਤ ਜ਼ਿਆਦਾ ਜਿਹੜਾ ਹੈ ਉਹ ਸਮਾਜ ਨੂੰ ਭਲਾਈ ਵੱਲ ਲਿਜਾਣ ਵਾਸਤੇ ਚਿੰਤਤ ਹੁੰਦੇ ਆ। ਤੇ ਕਦੇ ਮਹਾਰਾਜ ਕਹਿੰਦੇ ਭਾਈ ਅੱਕ ਡਾਲ, ਜਿਵੇਂ ਟਿੱਡਾ ਜਿਹੜਾ ਹੈ ਨਾ ਅੱਕ ਦੀ ਡਾਲੀ ਤੇ ਬਹਿ ਕੇ ਉਹ ਟਿੱਡਾ ਜ਼ਹਿਰ ਖਾਂਦਾ ਹੈ, ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਕਦੇ ਉਹੋ ਹੀ ਫਿਰ ਜਿਹੜੇ ਬੜੇ ਦੱਸ ਰਹੇ ਹੁੰਦੇ ਕਿ ਸਮਾਜ ਦਾ ਭਲਾ ਕਰਨਾ ਹੈ ਤੇ ਸਮਾਜ ਨੂੰ ਚੰਗੇ ਰਾਹ ਤੇ ਤੋਰਨਾ, ਬੁਰਾਈਆਂ ਮਾਰਨੀਆਂ, ਤੇ ਕਦੇ ਉਹੋ ਹੀ ਕੁਸੰਗਤ ਵਿੱਚ ਬੈਠੇ ਮਹਾਰਾਜ ਕਹਿੰਦੇ ਭਾਈ ਫਿਰ ਵਿਸ਼ਿਆਂ ਵਕਾਰਾਂ ਦੀ ਜ਼ਹਿਰ ਖਾ ਰਹੇ ਹੁੰਦੇ।
ਕਈ ਇਸ ਸੰਸਾਰ ਦੇ ਅੰਦਰ ਹਾਲਤ ਹੈ, ਕਈ ਬੜੇ ਪਹਿਲਾਂ ਸਦਾਚਾਰੀ ਜੀਵਨ ਵਾਲੇ ਵੇਖੇ ਜਾਂਦੇ ਹੈ, ਉਹ ਸਾਧ ਸੰਗਤ ਜੀ ਚੰਗੇ ਕਰਮਾਂ ਕਰਕੇ ਮਤ ਉਧਰ ਨੂੰ ਪੰਖੇਰੂ ਹੁੰਦੀ ਹੈ। ਫਿਰ ਉਹ ਕੀਤੇ ਹੋਏ ਜਿਹੜੇ ਕਰਮ ਹਨ ਨਾ, ਉਹ ਖੰਭਾਂ ਨਾਲ ਉਧਰ ਨੂੰ ਮਤ ਨੂੰ ਉਡਾ ਕੇ ਲੈ ਜਾਂਦੇ ਆ। ਖਿਆਲ ਆਉਂਦੇ ਉਹਨਾਂ ਨੂੰ ਕਿ ਨਹੀਂ ਭਾਈ ਆਹ ਕਰਮ ਕਰੀਏ, ਇਉਂ ਸਮਾਜ ਵਿੱਚ ਸਾਨੂੰ ਕੋਈ ਚੰਗਾ ਜਿਹੜਾ ਹੈ ਉਹ ਕਰਮ ਕਰਨਾ ਚਾਹੀਦਾ। ਉਹ ਫੁਰਨੇ ਉਹੋ ਜਿਹੇ ਆਉਂਦੇ ਆ ਕਿ ਪਿਛਲੇ ਕਰਮ ਜਿਹੜੇ ਆ ਉਹ ਮਤ ਨੂੰ ਉਧਰ ਨੂੰ ਪੰਛੀ ਬਣਾ ਕੇ ਉਡਾ ਰਹੇ ਆ। ਤੇ ਮਹਾਰਾਜ ਕਹਿੰਦੇ ਭਾਈ ਜਦੋਂ ਫਿਰ ਨਖਿੱਧ ਕਰਮ ਕੋਈ ਕੀਤਾ ਅੱਗੇ ਆ ਜਾਂਦਾ ਹੈ, ਜਿਹੜਾ ਬੁਰਾ ਕਰਮ ਕੀਤਾ ਹੋਇਆ ਅੱਗੇ ਆ ਜਾਂਦਾ ਹੈ, ਤੇ ਫਿਰ ਸਾਧ ਸੰਗਤ ਜੀ ਉਹ ਵਿਸ਼ਿਆਂ ਵਿਕਾਰਾਂ ਰੂਪੀ ਇਉਂ ਜ਼ਹਿਰ ਨੂੰ ਕੋ ਸੰਗਤ ਰੂਪੀ ਡਾਲੀ ਤੇ ਬਹਿ ਕਰਕੇ ਮਹਾਰਾਜ ਕਹਿੰਦੇ ਭਾਈ ਫਿਰ ਇਉਂ ਖਾਂਦੇ ਐ। ਉਹੋ ਹੀ ਵੇਖੇ ਜਾਂਦੇ ਆ ਕਿ ਭਾਈ ਇਹ ਤਾਂ ਬੜਾ ਜ਼ਿਆਦਾ ਚੰਗੀਆਂ ਗੱਲਾਂ ਦੱਸਦਾ ਹੁੰਦਾ ਸੀ ਤੇ ਅੱਜ ਇਹਦੀ ਕੀ ਹਾਲਤ ਹੋ ਗਈ, ਕਿੱਧਰ ਨੂੰ ਚਲਿਆ ਗਿਆ, ਆਪ ਹੀ ਮੈਂ ਖਾਨਿਆਂ 'ਚ ਤੁਰਿਆ ਫਿਰਦਾ ਹੈ, ਆਪ ਹੀ ਰੁੜਿਆ ਫਿਰਦਾ ਹੈ। ਫਿਰ ਇਹੋ ਜੀ ਮਹਾਰਾਜ ਕਹਿੰਦੇ ਭਾਈ ਹਾਲਤ ਹੋ ਜਾਂਦੀ ਹੈ। ਇਹ ਕਰਮ ਹੀ ਜਿਹੜੇ ਆ ਨਾ ਖੰਭਾਂ ਵਾਂਗੂ ਇਹ ਮਤ ਨੂੰ ਉਡਾਉਂਦੇ ਆ। ਮਤ ਪੰਛੀ ਹੈ, ਉੱਡਦੀ ਹੈ, ਕਦੇ ਕਿੱਧਰ ਨੂੰ ਉਹਨਾਂ ਨੂੰ ਇਹੀ ਫਿਰ ਚੰਗਾ ਲੱਗਣ ਲੱਗ ਜਾਂਦਾ ਹੈ। ਉਹ ਫਿਰ ਕਹਿਣ ਲੱਗ ਜਾਂਦੇ ਕੀ ਲੈਣਾ ਜੀ ਕਿਸੇ ਤੋਂ, ਕੋਈ ਆਖੇ ਨਹੀਂ ਲੱਗਦਾ, ਛੱਡੋ ਪਰਾਂ, ਆਪ ਮੌਜਾਂ ਲੁੱਟੀਏ। ਇਸ ਤਰ੍ਹਾਂ ਇਸ ਰਾਹ ਫਿਰ ਪੈ ਜਾਂਦੇ ਆ। ਕਿੱਥੇ ਪਹਿਲੋਂ ਕਹਿੰਦੇ ਆ ਕਿ ਅਸੀਂ ਸਮਾਜ ਹੀ ਸੁਧਾਰ ਦੇਣਾ, ਫਿਰ ਆਪ ਹੀ ਵਿਗੜੇ ਰਹਿੰਦੇ ਅੱਤ ਜ਼ਿਆਦਾ। ਇਹ ਮਹਾਰਾਜ ਨੇ ਕਿਹਾ ਕਰਮ ਹੀ ਇਹੋ ਜਿਹਾ ਧੱਕਾ ਮਾਰਦੇ ਆ ਕਿ ਮਤ ਉਧਰ ਨੂੰ ਪੰਖੇਰੂ ਹੋ ਜਾਂਦੀ ਹੈ। ਕਬ ਉੱਚੀ ਪ੍ਰੀਤ, ਤੇ ਕਦੇ ਫਿਰ ਮਹਾਰਾਜ ਕਹਿੰਦੇ ਭਾਈ ਉੱਚੀ ਪ੍ਰੀਤ ਜਿਹੜੀ ਆ ਨਾ ਸੰਗਤ ਨਾਲ ਜੁੜ ਕੇ ਉਹ ਉੱਚੀ ਪ੍ਰੀਤ ਵੀ ਇਹਨੂੰ ਫਿਰ ਮਿਲ ਜਾਂਦੀ ਹੈ। ਇਸੇ ਪ੍ਰਕਾਰ ਹੀ ਫਿਰ ਆਰੰਭ ਤੋਂ ਪੜੋ। ਮਤ ਪੰਖੇਰੂ ਕੀਰਤ ਸਾਰ, ਸਤਿਗੁਰੂ ਜੀ ਨੇ ਕਿਹਾ ਜਿਹੜੀ ਮਤ ਹੈ ਨਾ ਜੀਵ ਦੀ, ਇਹ ਪੰਖੇਰੂ ਪੰਛੀ ਦੀ ਤਰ੍ਹਾਂ ਉੱਡਦੀ ਹੈ। ਸਾਧ ਸੰਗਤ ਜੀ ਜੀਵ ਜਦੋਂ ਮਨ ਦੇ ਅੰਦਰ ਫੁਰਨੇ ਕਰਦਾ ਨਾ ਤੇ ਫੁਰਨਿਆਂ ਦੇ ਅਧੀਨ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਕਰਮ ਜਿਹੜਾ ਨਾ ਕਰਨ ਲੱਗਿਆ ਉਹਨੂੰ ਪਹਿਲਾਂ ਸੋਚ ਲਓ, ਵਿਚਾਰ ਲਓ, ਕਿਉਂਕਿ ਜਦੋਂ ਤੁਸੀਂ ਕਰਮ ਕਰ ਦਿੱਤਾ ਨਾ ਫਿਰ ਕੀਤੇ ਹੋਏ ਕਰਮ ਦਾ ਭੁਗਤਾਨ ਜ਼ਰੂਰ ਹੋਵੇਗਾ। ਇਹ ਵਾਹਿਗੁਰੂ ਦਾ ਵਿਧੀ ਵਿਧਾਨ ਹੈ। ਮਹਾਰਾਜ ਅੱਗੇ ਦੱਸਣਗੇ ਕਿ ਭਾਈ ਕਰਮ ਜਿਹੜਾ ਕਰ ਦਿੱਤਾ ਹੈ ਨਾ ਉਹਦਾ ਚੰਗਾ ਕਰਮ ਕੀਤਾ ਤੇ ਫਲ ਮਿਲੂਗਾ, ਬੁਰਾ ਕੀਤਾ ਤੇ ਉਹਦੀ ਸਜ਼ਾ ਮਿਲੂਗੀ। ਇਹ ਟਲਦੇ ਨਹੀਂ ਹਨ। ਹਾਂ ਜਦੋਂ ਮਹਾਰਾਜ ਦੀ ਉੱਚੀ ਪ੍ਰੀਤ ਮਿਲ ਜੇ ਨਾ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਐ ਤੇ ਕਰਮਾਂ ਨੂੰ ਜਿਹੜੇ ਬੁਰੇ ਕੀਤੇ ਉਹਨਾਂ ਦਾ ਦੁੱਖ ਫਲ ਲੱਗਦਾ ਤਾਂ ਹੈ ਪਰ ਮਹਾਰਾਜ ਫਿਰ ਘਟਾ ਦਿੰਦੇ ਐ। ਮਿਲਦਾ ਜ਼ਰੂਰ ਹੈ ਪਰ ਉਹਨੂੰ ਮਹਾਰਾਜ ਫਿਰ ਸੂਲੀ ਨੂੰ ਸੂਲ ਚ ਕਰ ਦਿੰਦੇ। ਇਹ ਜ਼ਰੂਰ ਮਹਾਰਾਜ ਦੇ ਘਰ ਦਾ ਇਹ ਵੀ ਵਿਧੀ ਵਿਧਾਨ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੀ ਮੱਤ ਹੈ ਨਾ ਇਹ ਪੰਖੇਰੂ ਪੰਛੀ ਹੈ ਤੇ ਜਿਹੜੇ ਇਸ ਪ੍ਰਕਾਰ ਇਹਦੇ ਚੰਗੇ ਮਾੜੇ ਕਰਮ ਹਨ ਉਹ ਨਾਲ ਖੰਭ ਮਹਾਰਾਜ ਕਹਿੰਦੇ ਲੱਗੇ ਹੋਏ ਆ। ਕਬ ਉੱਤਮ ਕਬ ਨੀਚ, ਕਦੇ ਤਾਂ ਸਾਧ ਸੰਗਤ ਜੀ ਉੱਤਮ ਜਿਹੜਾ ਹੈ ਨਾ ਬੜਾ ਭਗਤ ਬਣ ਜਾਂਦਾ ਹੈ ਤੇ ਕਿ ਅਸੀਂ ਤਾਂ ਬਹੁਤ ਜਿਹੜੇ ਆ ਬੰਦਗੀ ਵਾਲੇ ਆ, ਬੜਾ ਭਜਨ ਕਰਦੇ ਆ, ਸਤਸੰਗੀ ਹੁੰਨੇ ਆ। ਇਉਂ ਮਹਾਰਾਜ ਕਹਿੰਦੇ ਕਦੇ ਤਾਂ ਬਹੁਤ ਉੱਤਮ ਬਣ ਜਾਂਦਾ ਹੈ ਤੇ ਕਦੇ ਜਿਹੜੇ ਫਿਰ ਇਹਦੇ ਨੀਚ ਜਿਹੜੇ ਖਿਆਲ ਫਿਰ ਵਿਸ਼ਿਆਂ ਵਿਕਾਰਾਂ ਵਾਲੇ ਹੋ ਜਾਂਦੇ ਆ। ਫਿਰ ਇਹਨੂੰ ਉਹੋ ਹੀ ਫੁਰਨੇ ਭੈੜੇ ਜਿਹੜੇ ਆ ਗੰਦੇ ਆਉਣ ਲੱਗ ਜਾਂਦੇ ਆ ਤੇ ਫਿਰ ਸੰਗਤ ਵਿੱਚੋਂ ਚਲਿਆ ਜਾਂਦਾ। ਇਹ ਬੜੇ ਹੀ ਜਿਹੜੇ ਆ ਨਾ ਕਰਮ ਜ਼ੋਰ ਮਾਰਦੇ ਆ। ਜੀਵ ਜਿਹੜੇ ਆ ਉਹ ਕਰਮਾਂ ਦੇ ਬੱਧੇ ਹੀ ਫਿਰ ਮਾਰ ਖਾਂਦੇ ਆ। ਮਹਾਰਾਜ ਕਹਿੰਦੇ ਕਦੇ ਭਾਈ ਫਿਰ ਨੀਚਾਂ ਵਾਲੇ ਕਰਮ ਜਿਹੜੇ ਆ ਉਹ ਕਰਨ ਲੱਗ ਜਾਂਦਾ ਹੈ, ਵਿਕਾਰਾਂ ਵਾਲੇ ਕਰਮ ਕਰਨ ਲੱਗ ਜਾਂਦਾ ਹੈ। ਕਬ ਚੰਦਨ ਕਬ ਅਕੜਾ, ਤੇ ਕਦੇ ਚੰਦਨ ਦੀ ਨਿਆਈ ਸੰਗਤ ਵਿੱਚ ਆ ਜਾਂਦਾ ਹੈ ਤੇ ਫਿਰ ਸਾਧ ਸੰਗਤ ਜੀ ਜਿਹੜੀ ਚੰਦਨ ਖੁਸ਼ਬੂ ਦਿੰਦੀ ਹੈ ਨਾ ਤੇ ਬੜੀਆਂ ਭਾਵ ਭਗਤੀ ਦੀਆਂ ਗੱਲਾਂ ਰੂਪੀ ਖੁਸ਼ਬੂ ਦੇਣ ਲੱਗ ਜਾਂਦਾ ਹੈ। ਬੜੇ ਚੰਗੇ ਬਚਨ ਹੁੰਦੇ ਆ ਤੇ ਸੁਣਨ ਵਾਲੇ ਵੀ ਕਹਿੰਦੇ ਕਿ ਭਾਈ ਬੱਲੇ ਬੱਲੇ ਬਹੁਤ ਚੰਗਾ, ਇਹ ਤਾਂ ਇੰਨੇ ਸੋਹਣੇ ਬਚਨ, ਤਾਂ ਇਹ ਚੰਦਨ ਵਾਂਗੂ ਖੁਸ਼ਬੂ ਵੰਡਣ ਲੱਗ ਜਾਂਦਾ ਹੈ। ਪਰ ਕਦੇ ਮਹਾਰਾਜ ਕਹਿੰਦੇ ਭਾਈ ਫਿਰ ਕਰਮ ਜ਼ੋਰ ਮਾਰਦੇ ਐ। ਸੰਸਾਰ ਦੇ ਅੰਦਰ ਵੇਖਿਆ ਜਾਂਦਾ ਹੈ ਜਿਹੜੇ ਬੜੇ ਬੜੇ ਸੋਝੀ ਦੇਣ ਵਾਲੇ ਸਾਧ ਸੰਗਤ ਜੀ ਉਹ ਵੀ ਜਿਹੜੇ ਆ ਭਟਕ ਜਾਂਦੇ ਐ। ਇੱਥੇ ਤਾਂ ਮਾਣ ਨਹੀਂ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਹੈ ਜੋ ਸਤਿਗੁਰੂ ਜੀ ਕਿਰਪਾ ਕਰਨ ਤੇ ਮੱਤ ਤੇ ਪੜਦਾ ਨਾ ਪੈਣ ਦੇਣ। ਜੇ ਮੱਤ ਤੇ ਬੁਰੇ ਕਰਮਾਂ ਦਾ ਪਰਦਾ ਪੈ ਜਾਵੇ ਤੇ ਫਿਰ ਉਹੋ ਹੀ ਚੰਗੇ ਜਿਹੜੇ ਆ ਨਾ ਰਾਖਸ਼ਾਂ ਵਾਲੇ ਕਰਮ ਕਰਨ ਲੱਗ ਜਾਂਦੇ ਆ।
ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਜੀਵ ਜਿਹੜਾ ਕਰਮਾਂ ਦਾ ਬੱਧਾ ਹੀ ਮਾਰ ਖਾਂਦਾ ਹੈ। ਤੇ ਕਬ ਮਹਾਰਾਜ ਨੇ ਕਿਹਾ, ਫਿਰ ਪੜੋ, ਕਬ ਚੰਦਨ ਕਬ ਅਕੜਾ। ਅੱਕ ਦੀ ਨਿਆਈ ਸਾਧ ਸੰਗਤ ਜੀ ਕੌੜੀਆਂ ਹਨ, ਇਹ ਦੁਖਦਾਈ ਜੂਨਾ। ਤੇ ਮਹਾਰਾਜ ਕਹਿੰਦੇ ਕਦੇ ਭਾਈ ਫਿਰ ਉਹਨਾਂ ਦੁਖਦਾਈ ਜੂਨਾਂ ਦੇ ਵਿੱਚ ਜਿਹੜਾ ਹੈ ਦੁੱਖ ਰੂਪੀ ਜ਼ਹਿਰ ਖਾਂਦਾ ਫਿਰਦਾ ਹੈ। ਕਦੇ ਇਸ ਪ੍ਰਕਾਰ ਇਹ ਬੜਾ ਚੰਗਾ ਬਣਨ ਦਾ ਯਤਨ ਕਰਦਾ ਹੈ ਤੇ ਚੰਗੇ ਕਰਮ ਅੱਗੇ ਆ ਜਾਂਦੇ ਐ, ਭਲਾਈ ਵਾਲੇ ਸ਼ੁਭ ਕਰਮ, ਤੇ ਉਹਨਾਂ ਕਰਕੇ ਇਹਦੀ ਮੱਤ ਵਿੱਚ ਇਹੋ ਜਿਹਾ ਮਹਾਰਾਜ ਕਹਿੰਦੇ ਫੁਰਨਾ ਆਉਂਦਾ ਹੈ, ਉਡਾਰੀ ਮਾਰਦੀ ਹੈ। ਮੱਤ ਰੂਪੀ ਪੰਛੀ ਜਿਹੜਾ ਉਡਾਰੀ ਭਰਦਾ ਤੇ ਉਧਰ ਨੂੰ ਤੁਰ ਪੈਂਦਾ ਏ, ਤੇ ਫਿਰ ਜਦੋਂ ਬੁਰੇ ਕਰਮਾਂ ਰੂਪੀ ਖੰਭ ਉਧਰ ਨੂੰ ਉਡਾਉਂਦੇ ਐ ਤੇ ਉਧਰ ਨੂੰ ਮਹਾਰਾਜ ਕਹਿੰਦੇ ਫਿਰ ਚਲਿਆ ਜਾਂਦਾ, ਜੂਨਾਂ ਵਿੱਚ ਭਟਕਦਾ ਪਾਪ ਕਰਮ ਦੇ ਕਰਨੇ ਕਰਕੇ। ਸੰਗਤ ਦਿਲ ਕਰਕੇ ਕਰੇ ਤਾਂ ਕਲਿਆਣ ਹੋ ਜੇ। ਫਿਰ ਮਹਾਰਾਜ ਕਹਿੰਦੇ ਭਾਈ ਅੱਗੇ ਜਿਵੇਂ ਇਹ ਬਖਸ਼ਿਸ਼ ਜਦੋਂ ਹੋਵੇ ਕਿਤੇ ਵਾਹਿਗੁਰੂ ਦੀ, ਕਬ ਉੱਚੀ ਪ੍ਰੀਤ। ਕਦੇ ਫਿਰ ਉੱਚੀ ਤੁਰਿਆ ਪਦ ਵਾਲੀ ਪ੍ਰੀਤ ਚਲੀ ਜਾਂਦੀ ਹੈ, ਸੰਸਾਰ ਤੋਂ ਹੀ ਉੱਪਰ ਉੱਠ ਜਾਂਦਾ। ਫਿਰ ਜਿਹੜਾ ਇਹਨੂੰ ਸਾਰੀ ਖੇਡ ਪਤਾ ਲੱਗ ਜਾਂਦੀ ਹੈ ਕਿ ਜੀਵ ਕਰਮਾਂ ਦੇ ਬੱਧੇ ਹੀ ਮਾਰ ਖਾ ਰਹੇ ਹੈ। ਤੁਰਿਆ ਪਦ ਵਿੱਚ ਜਾ ਕਰਕੇ ਸਾਧ ਸੰਗਤ ਜੀ ਪਾਪ ਪੁੰਨ ਤੋਂ ਉੱਪਰ ਉੱਠ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਮੱਤ ਜਿਹੜੀ ਹੈ, ਇਹ ਜੀਵ ਸੋਚਦਾ ਹੈ ਕਿ ਮੈਂ ਮਨਮਰਜ਼ੀਆਂ ਕਰ ਰਿਹਾ, ਮਨਮਰਜ਼ੀ ਕੋਈ ਨਹੀਂ ਤੂੰ ਕਰ ਰਿਹਾ, ਕੀਤੇ ਕਰਮਾਂ ਦੀ ਮਾਰ ਹੀ ਖਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹੋ ਜੀ ਹਾਲਤ ਹੈ, ਕਦੋਂ ਫਿਰ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਪ੍ਰੀਤ ਜਿਹੜੀ ਹੈ ਨਾ ਉੱਚੀ ਚੜ ਜਾਂਦੀ ਹੈ। ਉੱਚੀ ਪ੍ਰੀਤ ਹੈ ਪ੍ਰਭੂ ਦੀ ਪ੍ਰੀਤ, ਤੁਰਿਆ ਪਦ ਵਾਲੀ ਪ੍ਰੀਤ। ਇਹ ਪ੍ਰੀਤ ਫਿਰ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੋ ਜਾਂਦੀ ਹੈ। ਨਿਸ਼ਕਾਮ ਕਰਮ ਇਸੇ ਕਰਕੇ ਕਰਨੇ ਚਾਹੀਦੇ ਆ, ਸ਼ੁਭ ਕਰਮ ਕਮਾਉਣੇ ਚਾਹੀਦੇ ਆ। ਹਜੂਰ ਫਰਮਾਉਂਦੇ ਹਨ, ਕਬ ਚੰਦਨ ਕਬ ਅਕੜਾ। ਕਦੇ ਚੰਦਨ ਦੀ ਨਿਆਈ ਮਹਾਰਾਜ ਕਹਿੰਦੇ ਨੇ ਸਤ ਸੰਗਤ ਵਿੱਚ ਆ ਕਰਕੇ ਜਿਹੜਾ ਹੈ ਸ਼ੁਭ ਵਿਚਾਰਾਂ ਦੀ ਖੁਸ਼ਬੂ ਦਿੰਦਾ ਹੈ। ਤੇ ਕਦੇ ਫਿਰ ਭਟਕਿਆ ਹੋਇਆ ਜੂਨੀਆਂ ਦੇ ਅੰਦਰ ਮਹਾਰਾਜ ਕਹਿੰਦੇ ਅੱਕ ਦੀ ਨਿਆਈ ਜਿਹੜੀਆਂ ਦੁਖਦਾਈਆਂ, ਉਹਨਾਂ ਜੂਨੀਆਂ ਰੂਪੀ ਡਾਲੀਆਂ ਤੇ ਬਹਿ ਕਰਕੇ ਫਿਰ ਦੁੱਖਾਂ ਰੂਪੀ ਜ਼ਹਿਰ ਖਾਂਦਾ, ਭੋਗਦਾ ਇਹ ਦੁੱਖ। ਕਬ ਉੱਚੀ ਪ੍ਰੀਤ। ਕਦੇ ਉੱਚੀ ਪ੍ਰੀਤ ਫਿਰ ਚਲੇ ਜਾਂਦੀ ਹੈ ਜਦੋਂ ਚੰਗੇ ਕਰਮ ਪਿੱਛੋਂ ਮਾਰਦੇ ਆ ਜ਼ੋਰ, ਤੇ ਫਿਰ ਤੁਰਿਆ ਪਦ ਵਿੱਚ ਬਿਰਤੀ ਚੜ ਜਾਂਦੀ ਹੈ, ਵਾਹਿਗੁਰੂ ਨਾਲ ਪ੍ਰੀਤ ਲੱਗ ਜਾਂਦੀ ਹੈ, ਮੁਕਤ ਹੋਣ ਦੀ ਵਾਰੀ ਮਿਲ ਜਾਂਦੀ ਹੈ। ਨਾਨਕ ਹੁਕਮ ਚਲਾਈ ਹੈ। ਸਤਿਗੁਰੂ ਜੀ ਕਹਿੰਦੇ ਕਰਮਾਂ ਦੇ ਬੱਧੇ ਜੀਵ ਮਾਰੇ ਖਾਂਦੇ ਆ, ਵਾਹਿਗੁਰੂ ਦਾ ਹੁਕਮ ਹੈ। ਹੁਕਮ ਦੇ ਬੱਝੇ ਹੋਏ ਜੀਵ ਜਿਹੜੇ ਚਲਾਏ ਜਾਂਦੇ ਆ ਸੰਸਾਰ ਦੇ ਅੰਦਰ। ਸਾਹਿਬ ਲੱਗੀ ਰੀਤ। ਮਹਾਰਾਜ ਨੇ ਕਿਹਾ ਹੈ ਗੁਰਸਿੱਖੋ, ਇਹ ਮੇਰੇ ਸਾਹਿਬ ਮਾਲਕ ਦੀ ਜਿਹੜੀ ਰੀਤ ਮਰਿਆਦਾ ਹੈ ਨਾ, ਲੱਗੀ ਆ ਰਹੀ ਹੈ, ਭਾਵ ਚਲੀ ਆ ਰਹੀ ਹੈ। ਉਹ ਸਾਧ ਸੰਗਤ ਜੀ ਐਵੇਂ ਜਿਹੜੇ ਪੋਠੋਹਾਰੀ ਵਿੱਚ ਬੋਲਦੇ ਆ, ਆਪਾਂ ਕਹਿੰਦੇ ਆ ਚਲਿਆ ਆ, ਉਹ ਕਹਿੰਦੇ ਲਗਾ। ਇਸ ਤਰ੍ਹਾਂ ਮਹਾਰਾਜ ਨੇ ਉਸ ਬੋਲੀ ਨੂੰ ਇੱਥੇ ਸਤਿਗੁਰੂ ਸਤਿਕਾਰ ਦਿੰਦੇ ਆ। ਮਹਾਰਾਜ ਕਹਿੰਦੇ ਉਹ ਜਿਹੜੀ ਹੈ ਨਾ ਰੀਤੀ ਮਰਿਆਦਾ ਵਾਹਿਗੁਰੂ ਦੀ ਧੁਰ ਤੋਂ ਹੀ, ਹੁਕਮ ਦੇ ਵਿੱਚ ਪਰਮੇਸ਼ਰ ਸਭ ਨੂੰ ਚਲਾਉਂਦਾ ਹੈ। ਮਹਾਰਾਜ ਕਹਿੰਦੇ ਉਹਦੇ ਹੁਕਮ ਦੀ ਇਹ ਰੀਤੀ ਮਰਿਆਦਾ ਜਿਹੜੀ ਹੈ ਇਹੀ ਧੁਰੋਂ ਹੀ ਚਲੀ ਆ ਰਹੀ ਹੈ। ਹੁਕਮ ਦੇ ਬੱਝੇ ਹਨ ਸਾਰੇ ਹੀ ਜੀਵ। ਪੌੜੀ ਦੁਆਰਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਕੀਤੇ ਕਹਿ ਵਖਾਣ। ਹਜੂਰ ਕਹਿੰਦੇ ਭਾਈ ਕਿੰਨੇ ਕਿ ਜਿਹੜੇ ਆ ਨਾ ਉਹ ਬੜੇ ਵੇਦ ਸ਼ਾਸਤਰਾਂ ਨੂੰ ਪੜ੍ਹ ਕੇ ਬੜਾ ਜ਼ਿਆਦਾ ਵਖਿਆਣ ਕਰਦੇ ਆ, ਪਰਮੇਸ਼ਰ ਦੀ ਬਹੁਤ ਜ਼ਿਆਦੀ ਜਿਹੜੀ ਆ ਉਹ ਪ੍ਰਾਪਤੀ ਦੇ ਰਾਹਾਂ ਨੂੰ ਦੱਸਦੇ ਆ। ਬੜੇ ਜ਼ਿਆਦੇ ਜਿਹੜੇ ਆ ਵਿਦਵਤਾ ਦੇ ਸਹਿਤ ਮਹਾਰਾਜ ਕਹਿੰਦੇ ਭਾਈ ਗਿਆਨ ਨੂੰ ਪ੍ਰਗਟ ਕਰਦੇ ਆ। ਕਹਿ ਜਾਵਣਾ। ਪਰ ਕਹਿ ਕੇ ਮਹਾਰਾਜ ਕਹਿੰਦੇ ਸੰਸਾਰ ਤੋਂ ਸਭ ਨੇ ਜਾਵਣਾ ਹੀ ਹੈ, ਚਲੇ ਹੀ ਜਾਣਾ ਹੈ। ਉਹ ਕਹਿ ਕੇ ਸੰਸਾਰ ਤੋਂ ਦੱਸ ਕੇ ਬੜਾ ਜ਼ਿਆਦਾ ਗਿਆਨ ਮਹਾਰਾਜ ਨੇ ਕਿਹਾ ਭਾਈ ਚਲੇ ਜਾਂਦੇ ਆ। ਵੇਦ ਕਹਿ ਵਖਿਆਣ। ਵੇਦਾਂ ਨੂੰ ਮਹਾਰਾਜ ਨੇ ਕਿਹਾ ਪੜ ਕੇ ਵਖਿਆਣ ਤਾਂ ਕਰਦੇ ਹਨ, ਉਹਦਾ ਕਥਨ ਤਾਂ ਕਰਦੇ ਹਨ ਬਹੁਤ ਜ਼ਿਆਦਾ ਵਿਦਿਆ ਦਾ, ਅੰਤ ਨਾ ਪਾਵਣਾ। ਪਰ ਪਰਮੇਸ਼ਰ ਦਾ ਅੰਤ ਨਹੀਂ ਮਹਾਰਾਜ ਕਹਿੰਦੇ ਕਿਸੇ ਨੇ ਭਾਈ ਪਾਵਣਾ, ਨਾ ਪਹਿਲਿਆਂ ਨੇ ਪਾਇਆ ਹੈ, ਨਾ ਹੁਣ ਪਾ ਸਕੇ ਹੈ, ਨਾ ਆਉਣ ਵਾਲੇ ਸਮੇਂ 'ਚ ਮਹਾਰਾਜ ਕਹਿੰਦੇ ਭਾਈ ਪਾਵਣਾ ਕਿਸੇ ਨੇ ਪਾ ਸਕਣਾ ਹੈ। ਜਿਹੜਾ ਨਾਰਦ ਮੁਨੀ ਸੀ ਨਾ, ਇਹ ਕਹਿੰਦੇ ਆ ਕਿ ਬ੍ਰਹਮਾ ਜੀ ਦੇ ਜਿਹੜੇ 4 ਪੁੱਤਰ ਸੀ ਨਾ, ਉਹਨਾਂ ਨੂੰ ਜਾ ਕਰਕੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਕਹਿਣ ਲੱਗਾ ਮੈਂ 75,000 ਵਰਾ ਵਿਦਿਆ ਪੜ੍ਹੀ ਹੈ। ਤੇ ਉਹ ਅੱਗੋਂ ਹੱਸ ਪਏ, ਕਹਿੰਦੇ ਉਹ ਨਾਰਦ ਮੁਨੀ ਤੂੰ ਤਾਂ ਵਿਦਿਆ ਦਾ ਚੌਥਾ ਹਿੱਸਾ ਵੀ ਨਹੀਂ ਪੜ੍ਹਿਆ, ਮਾਣ ਕਾਹਦਾ ਕਰੀ ਫਿਰਦਾ ਹੈ। ਮਾਣ ਟੁੱਟਿਆ ਉਹਦਾ। ਫਿਰ ਇਉਂ ਜਿਹੜੇ ਬਿਆਸ ਜੀ ਸੀ ਵੇਖੋ
ਵੇਦਾਂ ਦੀ ਬਾਣੀ ਨੂੰ ਰਚਣ ਵਾਲੇ ਉਹ ਵੇਦਾਂ ਦਾ ਪਾਠ ਕਰਦੇ ਹੋਏ ਤੁਰੇ ਜਾਣ ਤੇ ਯਾਗਵਲਕ ਰਿਖੀ ਜਿਹੜਾ ਸੀ ਕਹਿੰਦਾ ਗਰਦਬ ਗਛਤੀ, ਉਹ ਕਹਿੰਦਾ ਹੈ ਗਧਾ ਤੁਰਿਆ ਜਾ ਰਿਹਾ ਹੈ। ਉਹ ਬੜਾ ਉਹਨਾਂ ਨੇ ਕਿਹਾ ਵੀ ਇਹ ਕੀ ਕਾਰਨ, ਮੈਨੂੰ ਗਧਾ ਕਿਉਂ ਆਖਿਆ? ਕਹਿੰਦੇ ਭਈ ਗਧੇ ਨੇ ਭਾਰ ਚੱਕਿਆ ਹੁੰਦਾ ਹੈ, ਕਿਉਂਕਿ ਮਨ ਸ਼ਾਂਤ ਨਹੀਂ ਸੀ ਹੋਇਆ ਵਿਆਸ ਜੀ ਦਾ, ਫਿਰ ਬੰਦਗੀ ਕਰਕੇ ਭਜਨ ਕਰਕੇ ਮਨ ਸ਼ਾਂਤ ਹੋਇਆ ਸੀਗਾ। ਕਹਿੰਦੇ ਭਾਈ ਜਿਹੜਾ ਇਹ ਵਿਦਿਆ ਦਾ ਭਾਰ ਹੈ ਨਾ, ਇਹ ਗ੍ਰੰਥਾਂ ਦਾ ਗਿਆਨ ਪੜ੍ਹ ਲੈਣਾ, ਇਹ ਫਿਰ ਜਿਵੇਂ ਖੋਤੇ ਦੇ ਉੱਤੇ ਚੰਦਨ ਦੀਆਂ ਲੱਕੜਾਂ ਲੱਦ ਦਿਓ ਤੇ ਉਹਨੂੰ ਕੀ ਸਾਰ ਹੈ ਕਿ ਮੇਰੇ ਉੱਤੇ ਚੰਦਨ ਹੈ, ਉਹ ਫਿਰ ਜਵਾ ਜਾ ਕੇ ਸੁਆਹ ਵਿੱਚ ਹੀ ਲੇਟਦਾ ਹੈ। ਇਵੇਂ ਮਨ ਨੂੰ ਜਿੰਨਾ ਮਰਜੀ ਗਿਆਨ ਰੂਪੀ ਜਿਹੜਾ ਹੈ ਪੜ੍ਹਾਈ ਵਿਦਿਆ ਰੂਪੀ ਭਾਰ ਇਹਦੇ ਤੇ ਪਾ ਦਿਓ, ਪਰ ਜਿੰਨਾ ਚਿਰ ਅੰਦਰੋਂ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਨਹੀਂ ਨਾ ਮਰਦੀ ਹੈ, ਜਾ ਜਾ ਕੇ ਫਿਰ ਵਿਕਾਰਾਂ ਰੂਪੀ ਸੁਆਹ 'ਚ ਹੀ ਲੇਟਦਾ ਹੈ। ਹਜੂਰ ਨੇ ਕਿਹਾ ਪੜ੍ਹਨ ਨਾਲ ਕੀ ਹੋਵੇਗਾ? ਕਿਆ ਪੜ੍ਹੀਐ ਕਿਆ ਗੁਨੀਆਂ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ। ਪੜ੍ਹਨ ਸੁਣਨ ਦੇ ਨਾਲ ਕੀ ਹੋਊਗਾ? ਇਹ ਪੜ੍ਹਨ ਸੁਣਨ ਨਾਲ ਨਹੀਂ, ਕੇਵਲ ਕਮਾਈ ਕਰਨੀ ਪੈਂਦੀ ਹੈ, ਸ਼ਬਦ ਦੀ ਅਭਿਆਸ ਕਰਨਾ ਪੈਂਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਇਹ ਸਿੱਖਿਆ ਦਿੰਦੇ ਆ। ਫਿਰ ਪੌੜੀ ਆਰੰਭ ਤੋਂ ਪੜੋ। ਕੀਤੇ ਕਹਿ ਵਖਾਣ, ਕੀਤੇ ਕਹਿੰਦੇ ਆ ਕਿੰਨੇ, ਮਹਾਰਾਜ ਨੇ ਕਿਹਾ ਵਖਿਆਨ ਕਰਦੇ ਆ ਭਾਈ ਬੜੀ ਵਿਦਿਆ ਨਾਲ। ਕਹਿ ਕਹਿ ਜਾਵਣਾ, ਕਹਿ ਕਹਿ ਕੇ ਮਹਾਰਾਜ ਕਹਿੰਦੇ ਭਾਈ ਚਲੇ ਜਾਣਾ ਸਭ ਨੇ ਇੱਥੋਂ। ਵੇਦ ਕਹਿ ਵਖਿਆਨ, ਵੇਦਾਂ ਦਾ ਜਿਹੜਾ ਵਖਿਆਨ ਦਾ ਕਰਨਾ ਹੈ ਬਹੁਤ ਜ਼ਿਆਦਾ ਕਹਿਣਾ ਗਿਆਨ ਦੇ ਸਹਿਤ, ਅੰਤ ਨਾ ਪਾਵਣਾ, ਪਰ ਪਰਮੇਸ਼ਰ ਦਾ ਅੰਤ ਨਹੀਂ। ਮਹਾਰਾਜ ਕਹਿੰਦੇ ਉਹ ਕਥਨ ਕਰਨ ਦੇ ਨਾਲ ਨਹੀਂ ਪਾਇਆ ਜਾਂਦਾ, ਪਰਮੇਸ਼ਰ ਦਾ ਅੰਤ ਨਹੀਂ ਕੋਈ ਪਾ ਸਕਦਾ। ਪੜਿਐ ਨਾਹੀ ਭੇਦ, ਪੜਨ ਦੇ ਨਾਲ ਹਜੂਰ ਕਹਿੰਦੇ ਭੇਦ ਨਹੀਂ ਖੁੱਲਦਾ ਹੈ, ਆਤਮਿਕ ਆਨੰਦ ਨਹੀਂ ਪ੍ਰਾਪਤ ਹੁੰਦਾ, ਬ੍ਰਹਮਾ ਆਨੰਦ ਨਹੀਂ ਪ੍ਰਾਪਤ ਹੁੰਦਾ। ਇਹ ਆਤਮਿਕ ਆਨੰਦ ਦਾ ਰਸ ਜਿਹੜਾ ਹੈ ਉਹ ਨਹੀਂ ਪ੍ਰਾਪਤ ਹੁੰਦਾ, ਭੇਦ ਹੀ ਨਹੀਂ ਖੁੱਲਦੇ ਅੰਦਰ ਦੇ। ਇਹ ਕੇਵਲ ਕਹੇ ਕਿ ਪੜਨ ਨਾਲ ਭੇਦ ਖੁੱਲ ਜਾਣ, ਪੜਨ ਦੇ ਨਾਲ ਮਹਾਰਾਜ ਕਹਿੰਦੇ ਭਾਈ ਨਹੀਂ ਭੇਦ ਪਤਾ ਲੱਗਦਾ ਪਰਮੇਸ਼ਰ ਦਾ। ਪੁੱਛੀਐ ਪਾਵਣਾ, ਮਹਾਰਾਜ ਕਿਵੇਂ ਪਤਾ ਲੱਗਦਾ? ਹਜੂਰ ਕਹਿੰਦੇ ਜੇ ਪੁੱਛੀਏ ਪੂਰੇ ਗੁਰੂ ਜੀ ਤੋਂ, ਬੁੱਝਣਾ ਹੁੰਦਾ ਪੁੱਛਣਾ, ਬੁੱਝੀਏ ਭਾਵ ਸਮਝੀਏ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਨੂੰ, ਬੇਨਤੀ ਕਰਕੇ ਪੁੱਛੀਏ ਮਹਾਰਾਜ ਮੇਰੇ ਅੰਦਰ ਦਾ ਭੇਦ ਖੋਲ ਦਿਓ ਸੱਚੇ ਪਾਤਸ਼ਾਹ, ਇਹ ਕਿਰਪਾ ਕਰੋ। ਭੇਦ ਕੀ ਹੈ? ਇਹ ਭੇਦ ਹੀ ਪਿਆ ਹੋਇਆ ਨਾ ਸੰਸਾਰ ਦੇ ਅੰਦਰ ਮਾਇਆ ਦਾ, ਪਤਾ ਹੀ ਨਹੀਂ ਲੱਗਦਾ, ਭੇਦ ਹੀ ਨਹੀਂ ਖੁੱਲਦਾ ਹੈ। ਜੀਆਂ ਦੇ ਤਾਈਂ ਸੱਚੀ ਭਾਸਦੀ ਰਹਿੰਦੀ ਹੈ, ਸੰਸਾਰ ਰਹਿਣ ਵਾਲਾ ਭਾਸਦਾ ਰਹਿੰਦਾ, ਕਦੋਂ ਇਹ ਭੇਦ ਖੁੱਲਦਾ ਹੈ? ਤੇ ਜਿਹੜਾ ਸਰੀਰ ਦੇ ਅੰਦਰ ਸਾਧ ਸੰਗਤ ਜੀ ਬਹੁਤ ਜ਼ਿਆਦੀਆਂ ਅਗਿਆਨ ਦੀਆਂ ਗੰਢਾਂ ਨੇ, ਇਹ ਗੰਢਾਂ ਦੇ ਜਿਹੜੇ ਭੇਦ ਹੈ ਨਾ ਉਹ ਫਿਰ ਪੂਰੇ ਗੁਰੂ ਜੀ ਦੇ ਉਪਦੇਸ਼ ਨਾਲ ਹੀ ਖੁੱਲਦੇ ਆ। ਉਸ ਤਰ੍ਹਾਂ ਇਹ ਭੇਦ ਪਤਾ ਨਹੀਂ ਲੱਗਦੇ। ਹਜੂਰ ਨੇ ਕਿਹਾ ਜਿੰਨਾ ਮਰਜੀ ਕੋਈ ਪੜ੍ਹ ਲਵੇ ਤੇ ਨਹੀਂ ਤਾਂ ਫਿਰ ਉਹ ਜੇਤਾ ਪੜਿਆ ਤੇਤਾ ਕੜਿਆ ਵਾਲੀ ਗੱਲ ਹੋ ਜਾਂਦੀ ਹੈ। ਭਜਨ ਨਾ ਕਰੇ ਨਾਮ ਨਾ ਜਪੇ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੇ ਗੁਰੂ ਸਾਹਿਬ ਜੀ ਨੂੰ ਬੁੱਝ ਲਵੇ, ਭਾਵ ਪੁੱਛ ਲਵੇ ਤੇ ਫਿਰ ਪਾਵਣਾ। ਫਿਰ ਮਹਾਰਾਜ ਕਹਿੰਦੇ ਭੇਦ ਦੇ ਤਾਈਂ ਪਾ ਲੈਂਦਾ ਹੈ, ਫਿਰ ਇਹਨੂੰ ਝਾਟੀਏ ਅਵਸਥਾਵਾਂ ਸਹਿਜ ਹੀ ਪ੍ਰਾਪਤ ਹੋ ਜਾਂਦੀਆਂ, ਬ੍ਰਹਮਾ ਰਸ ਦੇ ਆਨੰਦ ਵਿੱਚ ਲੀਨ ਹੋ ਜਾਂਦਾ ਏ। ਖਟ ਦਰਸ਼ਨ ਕੈ ਭੇਖ, ਜਿਹੜੇ ਖਟ 6 ਦਰਸ਼ਨ ਹਨ ਨਾ ਮਹਾਰਾਜ ਕਹਿੰਦੇ ਭਾਈ ਜਿਹੜੇ ਮੰਨੇ ਜੋਗੀਆਂ ਦੇ, ਇਹਨਾਂ ਭੇਖਾਂ ਦੇ ਤਾਈਂ ਕਿਸੈ ਸੱਚ ਸਮਾਵਣਾ, ਇਹਨਾਂ ਚੋਂ ਕਿਸੇ ਹੀ ਨਹੀਂ ਮਹਾਰਾਜ ਕਹਿੰਦੇ ਸੱਚ ਸਮਾਉਣਾ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਜਿਹੜਾ ਭਰਥਰੀ ਲਿਖੀ ਹੋਇਆ ਸੀਗਾ ਸਿੱਧ, ਇਹਨੇ ਸਤਿਗੁਰਾਂ ਜੀ ਦੇ ਕੋਲੋਂ ਬੁੱਝਿਆ ਸੀ, ਮਹਾਰਾਜ ਕੋਲੋਂ ਪੁੱਛਿਆ ਸੀ। ਇਹ ਜਦੋਂ ਮਹਾਰਾਜ ਗਏ ਭਰਥਰੀ ਨੂੰ ਦਰਸ਼ਨ ਦਿੱਤੇ ਤੇ ਇਹ ਮਹਾਰਾਜ ਵਾਸਤੇ ਸ਼ਰਾਬ ਲੈ ਆਇਆ, ਕਹਿੰਦਾ ਮਹਾਰਾਜ ਸਮਾਧੀ ਬੜੀ ਲੱਗਦੀ ਹੈ, ਸਤਿਗੁਰੂ ਤੁਸੀਂ ਵੀ ਛਕੋ। ਮਹਾਰਾਜ ਕਹਿੰਦੇ ਭਾਈ ਇਹ ਭਰਥਰੀ ਅਸੀਂ ਤਾਂ ਸ਼ਰਾਬ ਦੂਜੀ ਪੀਨੇ ਆ। ਤੇ ਉਹ ਕਹਿਣ ਲੱਗਾ ਸ਼ਾਇਦ ਮਹਾਰਾਜ ਕੋਲ ਖੜੇ ਕਿਹੜੀ ਹੋਣੀ ਹੈ। ਕਹਿੰਦਾ ਮਹਾਰਾਜ ਦੱਸੋ ਤੁਸੀਂ ਕਿਹੜੀ ਪੀਨੇ ਆ, ਜਿਵੇਂ ਸ਼ਰਾਬੀ ਵੀ ਪੁੱਛ ਲੈਂਦੇ ਆ ਨਾ ਇੱਕ ਦੂਸਰੇ ਨੂੰ। ਮਹਾਰਾਜ ਸਾਹਿਬ ਨੂੰ ਪੁੱਛਦਾ ਕਿ ਮਹਾਰਾਜ ਤੁਸੀਂ ਕਿਹੜੀ ਪੀਨੇ ਆ। ਫਿਰ ਸਤਿਗੁਰੂ ਜੀ ਨੇ ਦੱਸਿਆ ਸੀ ਕਿ ਅਸੀਂ ਕਿਹੜੀ ਸ਼ਰਾਬ ਪੀਨੇ ਆ। ਉਹ ਕਹਿੰਦੇ ਮਹਾਰਾਜ ਕੱਢਦੇ ਕਿਵੇਂ ਹੋ? ਮਹਾਰਾਜ ਨੇ ਫਿਰ ਦੱਸਿਆ ਸੀ ਕਿ ਇਹ ਸ਼ਰਾਬ ਕੱਢੀ ਕਿਵੇਂ ਜਾਂਦੀ ਹੈ। ਉਹ ਸਾਰਾ ਸ਼ਬਦ ਸਤਿਗੁਰੂ ਜੀ ਨੇ ਅੰਤਰੀਵ ਜਿਹੜੀ ਬ੍ਰਹਮਾ ਆਨੰਦ ਦੀ ਸ਼ਰਾਬ ਹੈ ਨਾ, ਜਿਹੜਾ ਇਹ ਨਸ਼ਾ ਹੈ, ਇਹ ਸਤਿਗੁਰਾਂ ਜੀ ਨੇ ਦੱਸਿਆ ਕਿ ਉਹ ਭਾਈ ਬ੍ਰਹਮਾ ਆਨੰਦ ਦਾ ਰਸ ਕਿਵੇਂ ਪ੍ਰਾਪਤ ਕਰੀਦਾ ਹੈ। ਇਹ ਫਿਰ ਭਰਥਰੀ ਨੇ ਜਦੋਂ ਮਹਾਰਾਜ ਕੋਲੋਂ ਪੁੱਛ ਲਿਆ ਉਸ ਬ੍ਰਹਮਾ ਆਨੰਦ ਦੀ ਬਾਬਤ, ਤੇ ਮਹਾਰਾਜ ਨੇ ਦੱਸਿਆ ਫਿਰ ਕਿ ਇਹ ਬ੍ਰਹਮਾ ਆਨੰਦ ਦੀ ਸ਼ਰਾਬ ਜਿਵੇਂ ਕਿਵੇਂ ਕੱਢ ਲਈਦੀ, ਕਿਵੇਂ ਪੀਦੀ ਹੈ।
ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਕੋਈ ਪੁੱਛ ਲਵੇ ਨਾ ਤੇ ਫਿਰ ਹੀ ਉਹਨੂੰ ਇਹ ਰਸ ਜਿਹੜਾ ਹੈ ਆਨੰਦ ਉਹ ਪ੍ਰਾਪਤ ਹੁੰਦਾ। ਫਿਰ ਪੜੋ ਖਟ ਦਰਸ਼ਨ ਕੈ ਭੇਖ। ਇਹਨਾਂ ਖਟ 6 ਦਰਸ਼ਨਾਂ ਦੇ ਜਿਹੜੇ ਭੇਖ ਹਨ, ਜੋਗੀਆਂ ਦੇ 6 ਦਰਸ਼ਨ ਪੰਥਾਨ ਜਿਹੜੇ, ਇਹਨਾਂ ਵਿੱਚੋਂ ਮਹਾਰਾਜ ਨੇ ਕਿਹਾ ਏ ਕਿਸੈ ਸੱਚ ਸਮਾਵਣਾ। ਕਿਸੇ ਨੇ ਗੋਪੀ ਚੰਦ ਵਰਗੇ ਨਹੀਂ ਹਲੀਮੀ ਨਾਲ ਜਦੋਂ ਨਮਸਕਾਰ ਕੀਤੀ, ਉਹਨਾਂ ਚੋਂ ਕਿਸੇ ਨੇ ਮਹਾਰਾਜ ਕਹਿੰਦੇ ਭਾਈ ਸੱਚ ਵਿੱਚ ਸਮਾਉਣਾ ਕੀਤਾ ਹੈ। ਹਰੇਕ ਨੂੰ ਇਹ ਦਾਤ ਨਹੀਂ ਪ੍ਰਾਪਤ ਹੁੰਦੀ। ਸੱਚਾ ਪੁਰਖ ਅਲਖ। ਉਹ ਸੱਚਾ ਜੋ ਹੈ ਨਾ ਪੁਰਖ ਪੂਰਨ ਸਭ ਥਾਵਾਂ ਤੇ ਅਲਖ ਵੈ। ਮਹਾਰਾਜ ਕਹਿੰਦੇ ਸ਼ਕਤੀ ਬਿਰਤੀ ਨਾਲ ਲਖਿਆ ਨਹੀਂ ਜਾਂਦਾ। ਸ਼ਬਦ ਸੁਹਾਵਣਾ। ਉਹ ਸ਼ਬਦ ਦੇ ਨਾਲ ਮਹਾਰਾਜ ਕਹਿੰਦੇ ਭਾਈ ਅੰਦਰ ਜਿਹੜਾ ਹੈ ਨਾ ਫੱਬਦਾ ਹੈ, ਪਰਮੇਸ਼ਰ ਆ ਕਰਕੇ ਪ੍ਰਗਟ ਹੁੰਦਾ ਹੈ। ਸ਼ਬਦ ਦੇ ਨਾਲ ਜਦੋਂ ਜੀਆਂ ਦਾ ਹਿਰਦਾ ਸੁਹਾਵਣਾ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਦੋਂ ਭਾਈ ਵਾਹਿਗੁਰੂ ਦਾ ਸਰੂਪ ਜਿਹੜਾ ਅੰਦਰ ਫਿਰ ਸਾਖਿਆਤ ਹੋ ਜਾਂਦਾ ਹੈ। ਜਿਹੜਾ ਅਲਖ ਲਖਿਆ ਨਹੀਂ ਜਾਂਦਾ ਉਸ ਪਰਮੇਸ਼ਰ ਦੇ ਤਾਈ ਮਹਾਰਾਜ ਕਹਿੰਦੇ ਨੇ ਜਿਹੜਾ ਅਗਮ ਅਗੋਚਰ ਪਕੜਿਆ ਗੁਰ ਸ਼ਬਦੀ। ਫਿਰ ਗੁਰੂ ਸਾਹਿਬ ਦੇ ਸ਼ਬਦ ਦੇ ਨਾਲ ਸੁਹਾਵਣਾ ਸੋਭਨੀਕ ਹੁੰਦਾ ਹੈ ਜੀਵ। ਮੰਨੈ ਨਾਉ ਬਿਸੰਖ। ਮਹਾਰਾਜ ਨੇ ਕਿਹਾ ਜਿਨੇ ਭਾਈ ਨਾਮ ਦਾ ਮੰਨਣ ਕੀਤਾ ਨਾ, ਇਹ ਨਾਮ ਬਿਸੰਖ ਵੈ, ਭਾਵ ਗਿਣਤੀ ਤੋਂ ਰਹਿਤ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਦੇ ਨਾਮ ਦਾ ਦਰਗਹ ਪਾਵਣਾ। ਉਹਨੇ ਹੀ ਦਰਗਾਹ ਦੇ ਅੰਦਰ ਸਤਕਾਰ ਨੂੰ ਪਾਵਣਾ ਪਾਉਣਾ ਕੀਤਾ ਹੈ। ਜਿਨੇ ਨਾਮ ਦਾ ਮੰਨਣ ਕੀਤਾ ਹੈ ਤੇ ਫਿਰ ਨਾਮ ਨੂੰ ਅੰਤ ਤੋਂ ਰਹਿਤ ਜਾਣਿਆ ਹੈ ਕਿ ਮਹਾਰਾਜ ਸਾਹਿਬ ਜੀ ਦਾ ਨਾਮ ਜਿਹੜਾ ਨਾ ਉਹ ਬੇਅੰਤ ਹੈ। ਜਿਹਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਨੇ ਹੀ ਦਰਗਾਹ ਦੇ ਅੰਦਰ ਮਾਣ ਨੂੰ ਪਾਉਣਾ ਕੀਤਾ ਹੈ। ਖਾਲਕ ਕਉ ਆਦੇਸ਼। ਹਜੂਰ ਕਹਿੰਦੇ ਨੇ ਉਸ ਖਾਲਕ ਨੂੰ, ਪਰਮੇਸ਼ਰ ਨੂੰ ਜਿਹਨੇ ਖਲਕਤ ਰਚੀ ਹੈ, ਆਦੇਸ਼ ਕਰਨੀ ਚਾਹੀਦੀ ਹੈ, ਨਮਸਕਾਰ ਕਰਨੀ ਚਾਹੀਏ, ਪਰਮੇਸ਼ਰ ਦੇ ਅੱਗੇ ਸੀਸ ਝੁਕਾਉਣਾ ਚਾਹੀਏ। ਜਿਹੜਾ ਆਦੇਸ਼ ਦੇਸ਼ਾਂ ਤੋਂ ਆ ਰਹਿਤ ਹੈ, ਮਹਾਰਾਜ ਕਹਿੰਦੇ ਭਾਈ ਸਭ ਥਾਵਾਂ ਤੇ ਜਿਹੜਾ ਵਿਆਪਕ ਹੈ ਉਸ ਪਰਮੇਸ਼ਰ ਨੂੰ ਨਮਸਕਾਰ ਕਰੀਏ। ਢਾਡੀ ਗਾਵਣਾ। ਉਹਦੇ ਦਰ ਦੇ ਢਾਡੀ ਬਣ ਕੇ, ਕੀਰਤਨੀਏ ਬਣ ਕੇ ਮਹਾਰਾਜ ਕਹਿੰਦੇ ਉਹਦਾ ਜਸ ਗਾਈਏ। ਮਹਾਰਾਜ ਤੇਰੇ ਆ, ਇਸ ਕਰਕੇ ਪਰਮੇਸ਼ਰ ਦੇ ਆਪਣੇ ਆਪ ਨੂੰ ਬਣਾ ਕਰਕੇ ਮਹਾਰਾਜ ਤੇਰੇ ਤੋਂ ਬਿਨਾ ਕੋਈ ਨਹੀਂ ਸਾਡਾ ਹੋਰ। ਇਉਂ ਢਾਡੀ ਬਣ ਕੇ, ਕੀਰਤਨੀਏ ਬਣ ਕਰਕੇ ਮਹਾਰਾਜ ਕਹਿੰਦੇ ਉਹਦਾ ਵਾਹਿਗੁਰੂ ਦਾ ਜਸ ਜਿਹੜਾ ਗਾਉਣਾ ਕਰੀਏ। ਨਾਨਕ ਜੁਗ ਜੁਗ ਏਕ। ਹਜੂਰ ਕਹਿੰਦੇ ਭਾਈ ਜੁਗਾਂ ਜੁਗਾਂ ਦੇ ਅੰਦਰ ਪਰਮੇਸ਼ਰ ਇੱਕੋ ਹੀ ਹੈ। ਇਹ ਨਹੀਂ ਕਿ ਸਤਜੁਗ ਵਿੱਚ ਹੋਰ ਸੀਗਾ ਤੇ ਦੁਆਪਰ ਦੇ ਜਿਹੜੇ ਜੀਵ ਸੀ ਉਹਨਾਂ ਦਾ ਪਰਮੇਸ਼ਰ ਹੋਰ ਸੀ, ਨਹੀਂ। ਹਜੂਰ ਕਹਿੰਦੇ ਜੁਗਾਂ ਜੁਗਾਂ ਦੇ ਵਿੱਚ ਪਰਮੇਸ਼ਰ ਭਾਈ ਇੱਕੋ ਹੀ ਹੈ ਵਾਹਿਗੁਰੂ। ਮਨ ਵਸਾਵਣਾ। ਜਿਨ੍ਹਾਂ ਨੇ ਮਨ ਦੇ ਅੰਦਰ ਵਸਾਵਣਾ ਵਸਾਉਣਾ ਕੀਤਾ ਹੈ ਉਹ ਨਿਹਾਲ ਹੋਏ ਆ। ਇਸੇ ਪ੍ਰਕਾਰ ਹੀ ਨਾਨਕ ਜੁਗ ਜੁਗ ਏਕ। ਸਤਿਗੁਰੂ ਜੀ ਕਹਿੰਦੇ ਨੇ ਕਿ ਜੁਗਾਂ ਜੁਗ ਦਾ ਅਰਥ ਹੁੰਦਾ ਦੋ ਤੇ ਦੋ ਚਾਰ। ਇਹ ਮਹਾਰਾਜ ਕਹਿੰਦੇ ਇੱਕ ਦੀ ਪ੍ਰਾਪਤੀ ਹੁੰਦੀ ਹੈ ਜੇ ਚਾਰ ਸਾਧਨ ਕਰੇ ਤਾਂ। ਉਹ ਚਾਰ ਸਾਧਨ ਨੇ ਸਰਵਣ, ਮੰਨਣ, ਨਿਧਿਆਸਣ ਤੇ ਤਤ ਤੁੰਗ ਦਾ ਸੰਸ਼ੋਧਨ ਕਰਨਾ ਕਿ ਤਤ ਕੀ ਹੈ ਤੇ ਤੌਂ ਪਦ ਕੀ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਚਾਰ ਸਾਧਨ ਕਰ ਲੈਂਦਾ ਨਾ ਉਹ ਫਿਰ ਇੱਕ 'ਚ ਚਲੇ ਜਾਂਦਾ ਹੈ, ਉਹਨੂੰ ਇੱਕ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਇੱਕ ਦੀ ਖੇਲ ਹੈ ਸਾਰੀ। ਇਹ ਜੀਵ ਤਾਂ ਇੱਕ ਤੋਂ ਹੀ ਬਹੁਤ ਰੂਪ ਧਾਰਨ ਕੀਤੇ ਹੋਏ ਆ ਪਰਮੇਸ਼ਰ ਨੇ, ਉਹਦੀ ਹੀ ਜੋਤ ਸਭ ਦੇ ਅੰਦਰ ਜਿਹੜੀ ਆ ਵਰਤ ਰਹੀ ਹੈ। ਇਹ ਮਹਾਰਾਜ ਕਹਿੰਦੇ ਭਾਈ ਫਿਰ ਭੇਦ ਉਹਦੇ ਤਾਈਂ ਖੁੱਲ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਏ। ਮਨ ਵਸਾਵਣਾ। ਫਿਰ ਉਹਨੇ ਮਨ ਦੇ ਅੰਦਰ ਵਸਾਵਣਾ ਕੀਤਾ ਹੈ ਕਿ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਜਿਹੜੀ ਮਨ 'ਚ ਵਸਾਈਏ। ਮਨ ਦੇ ਅੰਦਰੋਂ ਹੋਰ ਕੂੜ ਕਬਾੜ ਸਾਰਾ ਕੱਢ ਕੇ ਨਾ ਨਾਮ ਦੇ ਅਭਿਆਸ ਨਾਲ ਉਹਨਾਂ ਨੇ ਨਾਮ ਨੂੰ ਹੀ ਅੰਦਰ ਵਸਾ ਲੈਣਾ ਕੀਤਾ ਹੈ। ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ। ਇੱਥੇ ਸ਼ਬਦ ਦੀ ਸੰਪੂਰਨਤਾ ਹੋਈ ਹੈ। ਤੋ ਅਗਲਾ ਸ਼ਬਦ ਜਿਹੜਾ ਹੈ ਉਹ ਵੱਡਾ ਹੈ ਤੇ ਸਮਾਂ ਜਿਹੜਾ ਹੈ ਭਾਵੇਂ 10 ਮਿੰਟ ਹਨ, ਪਰ ਫਿਰ ਵੀ ਜੇ ਆਰੰਭ ਕੀਤਾ ਤੇ ਸਮਾਂ ਵੱਧ ਲੱਗਣਾ। ਕੱਲ ਨੂੰ ਹੀ ਆਪਾਂ ਅਗਲਾ ਸ਼ਬਦ ਜਿਹੜਾ ਹੈ ਆਰੰਭ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਖਾਲਕ ਕਉ ਆਦੇਸ਼ ਢਾਡੀ ਗਾਵਣਾ। ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।